ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। परम सत्कारयोग गुरु स्वरूप गुरु साध संगत जीओ, आओ दासां दी हाजरी निरंकार दे चरणों दे विच ते अपने चरणों दे विच प्रवान करनी। फतेह अर्ज है। वाहिगुरू जी का खालसा, वाहिगुरू जी की फतेह। कल जो सत शब्द चौथे पातशाह धन धन गुरु रामदास महाराज ने ਮਾਝ ਰਾਗ ਦੀ ਸ਼ੁਰੂਆਤ ਦੇ ਵਿੱਚ ਸਾਡੇ ਤੇ ਮਹਾਨ ਕਿਰਪਾ ਕੀਤੀ। ਉਹਨਾਂ ਤੋਂ ਉਪਰੰਤ ਹੁਣ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਦੀ ਜੋਤ ਦੇ ਪੰਜਵੇਂ ਘਟ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਰੇ ਨਿਰੰਕਾਰ ਸਰੂਪ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੈ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਗੁਰੂ ਅਰਜਨ ਪ੍ਰਤੱਖ ਹਰ। ਇਹ ਵਡਿਆਈਆਂ ਲਿਖੀਆਂ ਹੋਈਆਂ, ਇਹ ਵਡਿਆਈਆਂ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਹੋਈਆਂ। ਔਰ ਇਹ ਜਿਹੜਾ ਸ਼ਬਦ ਇੱਥੋਂ ਸ਼ੁਰੂ ਹੋਣ ਲੱਗਾ ਹੈ, ਇਹ ਸ਼ਬਦ ਦੇ ਵਿੱਚ ਵੀ ਆਪਾਂ ਦੇਖਣਾ ਕਿ ਕਿੰਨਾ ਵੈਰਾਗ, ਕਿੰਨਾ ਅਕਾਲ ਪੁਰਖ ਨਿਰੰਕਾਰ ਦੇ ਦਰਸ਼ਨਾਂ ਦੀ ਤੜਫ ਹੈ। ਆਓ ਨਾਲ ਹੀ ਕੁਝ ਇਤਿਹਾਸ ਦੇ ਵਿੱਚੋਂ 2-4 ਮਿੰਟ ਆਪ ਜੀ ਨਾਲ ਸਾਂਝੇ ਕਰਕੇ ਇਸ ਸ਼ਬਦ ਦੀ ਉਥਾਨਕਾ ਬੰਨਾਂਗੇ। ਗੁਰੂ ਕਿਰਪਾ ਕਰੋ। ਆਓ ਜੋ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਗਿਆਨ ਦਿੰਦੇ ਨੇ, ਉਸ ਨੂੰ ਆਪਾਂ ਸਰਵਣ ਕਰੀਏ। ਮਾਝ ਮਹਿਲਾ ਪੰਜਵਾਂ, ਚੌਪਦੇ ਕਰ ਪਹਿਲਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਲਾਹੌਰ ਆਪਣੇ ਤਾਇਆ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਡੇ ਭਰਾਤਾ, ਜਿਹੜੇ ਕਿ ਰਿਸ਼ਤੇਦਾਰੀ ਦੇ ਵਿੱਚੋਂ ਨੇ, ਸਹਾਰੀ ਜੀ, ਉਹਨਾਂ ਦੇ ਬੱਚੇ ਦੇ ਵਿਆਹ ਦੇ ਉੱਤੇ ਗਏ। ਤਕਰੀਬਨ ਸਾਖੀ ਹਰ ਇੱਕ ਨੂੰ ਪਤਾ ਹੈ ਕਿ ਸਤਿਗੁਰ ਦੀ ਆਰਜਾ ਜਿਹੜੀ ਉਸਲੇ ਇਤਿਹਾਸਕਾਰ ਲਿਖਦੇ ਨੇ ਕਿ 14 ਸਾਲ ਦੀ ਸੀ। ਤੇ ਜਿਸ ਵੇਲੇ ਉੱਥੇ ਗਏ ਨੇ, ਸਤਿਗੁਰਾਂ ਨੇ ਜਾਣ ਤੋਂ ਪਹਿਲਾਂ ਬਚਨ ਕਰ ਦਿੱਤਾ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਪੁੱਤਰ ਉਹਨਾਂ ਚਿਕਰ ਆਪ ਜੀ ਨੇ ਵਾਪਸ ਨਹੀਂ ਆਉਣਾ ਜਿੰਨਾ ਚਿਕਰ ਅਸੀਂ ਸੁਨੇਹਾ ਨਹੀਂ ਭੇਜਦੇ। ਗੁਰੂ ਪਿਤਾ ਦਾ ਹੁਕਮ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਿੰਦ ਨਾਲੋਂ ਵੀ ਪਿਆਰਾ ਸੀ। ਉੱਥੇ ਸਾਰੇ ਕਾਰਜ ਨੇਪਰੇ ਚੜ ਗਏ। ਤਕਰੀਬਨ 8-9 ਮਹੀਨੇ ਹੋ ਗਏ, ਕੋਈ ਸੁਨੇਹਾ ਨਹੀਂ ਆਇਆ। ਕੋਈ ਸੁਨੇਹਾ ਨਹੀਂ ਆਇਆ ਪਿਤਾ ਗੁਰਦੇਵ ਵੱਲੋਂ ਵੀ ਬੇਟਾ ਤੁਸੀਂ ਵਾਪਸ ਆ ਜਾਵੋ। ਪਰ ਜਿਹੜੀ ਵਿਰਹੋਂ, ਜਿਹੜੀ ਵਿਰਾਗ ਦੇ ਵਿੱਚ ਤੜਫ ਸੀ, ਦਰਸ਼ਨਾਂ ਦੀ ਤੜਫ ਸੀ, ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਾਰ ਨਹੀਂ ਰਹੇ। ਬਹੁਤ ਜ਼ਿਆਦਾ ਮਨ ਜਿਹੜਾ ਨਾ ਵਿਰਾਗ ਦੇ ਵਿੱਚ ਚਲੇ ਜਾਂਦਾ ਸਤਿਗੁਰਾਂ ਦੇ ਦਰਸ਼ਨਾਂ ਤੇ ਮਿਲਾਪ ਵਾਸਤੇ। ਸਮਾਂ ਬੀਤਦਾ ਗਿਆ, ਤਕਰੀਬਨ 8-9 ਮਹੀਨੇ। ਜਿਸ ਵੇਲੇ ਕੋਈ ਵੀ ਉਧਰੋਂ ਸੰਦੇਸ਼ ਨਾ ਆਇਆ ਤੇ ਨਿਰੰਕਾਰ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਚਿੱਠੀ ਲਿਖੀ। ਇਹ ਚਿੱਠੀ ਦੇ ਸਿਰਲੇਖ ਲਿਖਿਆ। ਲਿਖਣ ਤੋਂ ਬਾਅਦ ਇਹਦੇ ਉੱਤੇ ਏਕਾ ਪਾ ਦਿੱਤਾ ਵੀ ਇਹ ਪਹਿਲੀ ਚਿੱਠੀ ਹੈ। ਪਹਿਲੀ ਚਿੱਠੀ ਦੇ ਵਿੱਚ ਸਤਿਗੁਰ ਜੀ ਆਪਣੇ ਮਨ ਦੀ ਬਿਲਵਤਾ ਗੁਰੂ ਰਾਮਦਾਸ ਪਿਤਾ ਗੁਰਦੇਵ ਨੂੰ ਦੱਸ ਰਹੇ ਨੇ ਤੇ ਨਾਲ ਸੰਸਾਰ ਨੂੰ ਇਹ ਵੀ ਗਿਆਨ ਦੇ ਰਹੇ ਨੇ, ਭਾਈ
ਕਿ ਤੇਰੇ ਅੰਦਰ ਵੀ ਪ੍ਰਮਾਤਮਾ ਦੇ ਮਿਲਾਪ ਲਈ ਇਸ ਤਰ੍ਹਾਂ ਦੀ ਤੜਫ ਹੋਣੀ ਚਾਹੀਦੀ ਆ, ਫਿਰ ਤੂੰ ਇਸ ਸੰਸਾਰ ਦੇ ਉੱਤੇ ਉਹ ਅਕਾਲ ਪੁਰਖ ਦਾ ਰੂਪ ਬਣ ਸਕਦਾ ਹਾਂ। ਸੋ ਕਰੋ ਕਿਰਪਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਚਿੱਠੀ ਦੇ ਉੱਤੇ ਸਤਿਗੁਰ ਲਿਖਦੇ ਨੇ ਕਿ ਹੇ ਮੇਰੇ ਪਿਤਾ ਗੁਰਦੇਵ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਦੇ ਦਰਸ਼ਨਾਂ ਵਾਸਤੇ ਮੇਰਾ ਮਨ ਬਹੁਤ ਤੜਫ ਰਿਹਾ ਹੈ, ਬਹੁਤ ਇਸ ਨੂੰ ਇਸ ਵੇਲੇ ਵਿਰਾਗ ਲਗਾ ਹੋਇਆ ਹੈ। ਬਿਲਪ ਕਰੇ ਚਾਤ੍ਰਿਕ ਕੀ ਨਹੀਂ, ਇਹ ਇੰਨਾ ਵਿਰਾਗ ਦੇ ਵਿੱਚ ਗਿਆ ਹੋਇਆ ਜਿੱਦਾਂ ਚਾਤ੍ਰਿਕ, ਜਿਹਨੂੰ ਪਪੀਹਾ ਤੇ ਬਬੀਹਾ ਵੀ ਆਖਿਆ ਹੈ। ਕਹਿੰਦੇ ਸਤਿਗੁਰ ਜੀ ਸਵੰਤੀ ਬੂੰਦ ਵਾਸਤੇ ਜਿੰਨਾ ਉਹ ਤੜਫਦਾ ਹੈ, ਪਰ ਜਿੰਨਾ ਚਿਕਰ ਉਹਦੇ ਗਲੇ ਦੇ ਵਿੱਚ ਸਵੰਤੀ ਬੂੰਦ ਪੈਂਦੀ ਨਹੀਂ, ਉਹਨਾਂ ਚਿਕਰ ਉਸ ਦੀ ਪਿਆਸ ਨਹੀਂ ਬੁਝਦੀ। ਇਹ ਸਤਿਗੁਰ ਜਿੰਨਾ ਚਿਕਰ ਉਹ ਸਵੰਤੀ ਬੂੰਦ ਉਸ ਨੂੰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਕਰ ਬਹੁਤ ਉਹ ਵਿਰਾਗ ਦੇ ਵਿੱਚ ਤੜਫ ਦੇ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਮੇਰਾ ਮਨ ਹੈ ਬਬੀਹੇ ਦੀ ਤਰ੍ਹਾਂ, ਆਪ ਦੇ ਦਰਸ਼ਨਾਂ ਵਾਸਤੇ ਸਤਿਗੁਰ ਜੀ ਵਿਆਕੁਲ ਹੋਇਆ ਫਿਰਦਾ ਹੈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇਹ ਪਿਤਾ ਗੁਰਦੇਵ ਜੀ, ਜਿਹੜੀ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੇਰੇ ਮਨ ਦੀ ਪਿਆਸ ਨਹੀਂ ਬੁਝ ਰਹੀ, ਮੇਰਾ ਮਨ ਬੜਾ ਤੜਫ ਰਿਹਾ ਹੈ। ਇਹ ਸੰਤਾਂ ਦੇ, ਉਹ ਭਗਤਾਂ ਦੇ ਪ੍ਰੀਤਮ ਜੀਓ, ਮੇਰੇ ਤੇ ਕਿਰਪਾ ਕਰੋ, ਮੈਨੂੰ ਸ਼ਾਂਤੀ ਨਹੀਂ ਆ ਰਹੀ ਆਪਣੇ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ। ਹਉ ਕੋਲੀ ਜੀਓ ਕੋਲ ਕੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਪਿਆਰੇ ਨਿਰੰਕਾਰ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਉੱਤੋਂ ਦੇ ਅਨੇਕਾਂ ਵਾਰ ਬਲਿਹਾਰੇ ਕਰਵਾਨ ਜਾਵਾਂ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਵੀ ਰੋਮ ਰੋਮ ਕਰਕੇ ਬਲਿਹਾਰ ਜਾਵਾਂ। ਸਤਿਗੁਰ ਸੱਚੇ ਪਾਤਸ਼ਾਹ ਜੀ, ਸੋ ਕਿਰਪਾ ਕਰੋ ਮੇਰੇ ਉੱਤੇ, ਮੈਨੂੰ ਸਤਿਗੁਰ ਜੀ ਦਰਸ਼ਨਾਂ ਬਖਸ਼ਿਸ਼ ਕਰੋ। ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰਿੰਗ ਪਾਣੀ। ਅਸਲ ਵਿੱਚ ਇਹ ਫਿਰ ਜਿਸ ਲਈ ਚਿੱਠੀ ਇੱਥੇ ਆਂਦੀ ਪਹਿਲੀ, ਇੱਕ ਬਹੁਤ ਪਿਆਰੇ ਗੁਰਸਿੱਖ ਨੂੰ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਭਈ ਤੁਸੀਂ ਪਿਤਾ ਗੁਰਦੇਵ ਨੂੰ ਇਹ ਚਿੱਠੀ ਦੇਣੀ। ਪਰ ਰਾਸਤੇ ਦੇ ਵਿੱਚ ਜਿਸ ਵੇਲੇ ਆਇਆ ਭੋਲਾ ਭਾਲਾ ਗੁਰਸਿੱਖ, ਇਹ ਅੰਮ੍ਰਿਤਸਰ ਦੇ ਵਿੱਚ ਵੜਦਾ ਤੇ ਇਸ ਨੂੰ ਪਹਿਲਾਂ ਹੀ ਇਹ ਪ੍ਰਿਥੀ ਚੰਦ ਮਿਲ ਜਾਂਦਾ ਹੈ। ਉਹ ਇਸ ਨੂੰ ਪੁੱਛਦਾ ਵੀ ਤੂੰ ਕਿੱਥੋਂ ਆਇਆ। ਕਹਿਣ ਦਾ ਮਤਲਬ ਇਹ ਚਿੱਠੀ ਜਿਹੜੀ ਆ ਨਿਰੰਕਾਰ ਤੱਕ ਨਹੀਂ ਪਹੁੰਚੀ, ਉਹ ਪ੍ਰਿਥੀ ਨੇ ਆਪਣੇ ਹੀ ਗੀਝੇ ਦੇ ਵਿੱਚ, ਆਪਣੀ ਹੀ ਜੇਬ ਦੇ ਵਿੱਚ ਪਾ ਲਈ। ਫਿਰ ਜਿਸ ਵੇਲੇ ਕੁਝ ਦਿਨ ਨਿਕਲ ਗਏ, ਕੁਝ ਹਫ਼ਤੇ ਨਿਕਲ ਗਏ, ਉੱਧਰੋਂ ਕੋਈ ਸੁਨੇਹਾ ਨਹੀਂ ਆਇਆ, ਤਾਂ ਦੂਸਰੀ ਚਿੱਠੀ ਲਿਖ ਕੇ ਹੁਣ ਇਹ ਗੁਰਸਿੱਖ ਦੇ ਹੱਥੀਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਤਾ ਗੁਰਦੇਵ ਨੂੰ ਭੇਜਦੇ ਨੇ। ਉਹਦੇ ਉੱਤੇ ਹੁਣ ਜੋ ਸਤਿਗੁਰਾਂ ਨੇ ਬੰਦ ਲਿਖਿਆ ਨੰਬਰ 2, ਤਾਂ ਉੱਥੇ ਕਹਿੰਦੇ ਨੇ ਵੀ ਹੇ ਸਾਹਿਬ ਜੀਓ, ਆਪ ਦਾ ਜਿਹੜਾ ਮੁਖੜਾ ਹੈ, ਆਪ ਜੀ ਦੀ ਜਿਹੜੀ ਦਰਸ਼ਨਾਂ ਦੀ ਭੁੱਖ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀਓ ਬਹੁਤ ਮੈਨੂੰ ਤੜਫਾ ਰਹੀ ਹੈ। ਪਰ ਤੁਹਾਡਾ ਮੁਖੜਾ ਬੜਾ ਪਿਆਰਾ ਹੈ, ਬਹੁਤ ਸ਼ੋਭਾ ਵਾਲਾ ਹੈ, ਸ਼ੋਭਨੀਕ ਹੈ ਮੇਰੇ ਸੱਚੇ ਪਾਤਸ਼ਾਹ ਜੀਓ। ਤਾਂ ਜੋ ਬਾਣੀ ਤੁਸੀਂ ਉਚਾਰਨ ਕੀਤੀ ਹੈ ਸਤਿਗੁਰ ਜੀ, ਉਹ ਵੀ ਅਡੋਲਤਾ ਵਾਲੀ ਹੈ, ਸ਼ਾਂਤੀ ਵਾਲਾ ਗਿਆਨ ਦੇਣ ਵਾਲੀ ਹੈ ਨਿਰੰਕਾਰ ਜੀਓ। ਚਲੋ, ਚਿਰ ਹੋਆ ਦੇਖੇ ਸਾਰੰਗ ਪਾਣੀ, ਕਹਿੰਦੇ ਨੇ ਬਹੁਤ ਚਿਰ ਹੋ ਗਿਆ ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਬੜਾ ਲੰਬਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਪ੍ਰਾਪਤ ਨਹੀਂ ਹੋਏ। ਮੈਂ ਪਪੀਹੇ ਵਾਂਗੂ ਆਪ ਜੀ ਨੂੰ, ਆਪ ਵਿਰਾਗ ਦੇ ਵਿੱਚ ਬੈਠਾ ਹਾਂ, ਮੇਰਾ ਮਨ ਜਿਹੜਾ ਹੈ ਵਿਆਕੁਲ ਹੋਇਆ ਹੈ। ਤਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਧਨ ਦੇਸ਼ ਆ ਮਾਲਾ ਸੱਚੇ ਪਾਤਸ਼ਾਹ ਜੀ, ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਜਿਸ ਜਗ੍ਹਾ ਦੇ ਉੱਤੇ ਤੁਸੀਂ
ਸਤਿਗੁਰ ਵਸੇ ਹੋਏ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਵੀ ਧੰਤਾ ਦੇ ਜੋਗ ਹੈ। ਨਿਰੰਕਾਰ ਜੀਓ ਮੇਰੇ ਸੱਜਣ ਮੀਤ ਮੁਰਾਰੀ ਜੀਓ, हे ਮੇਰੇ ਵਾਹਿਗੁਰੂ ਸੱਚੇ ਮੀਤ ਮਿੱਤਰ ਲੋਕ ਪਰਲੋਕ ਦੇ ਸਹਾਇਕ ਜੀਓ। ਹਉ ਕੋਲੀ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਵਾਹਿਗੁਰੂ ਜੀਓ ਮੈਂ ਆਪ ਜੀ ਦੇ ਉੱਤੋਂ ਰੋਮ ਰੋਮ ਕਰਕੇ ਕੁਰਬਾਨ ਜਾ ਰਿਹਾ ਹਾਂ, ਕੁਰਬਾਨ ਬਲਿਹਾਰੇ ਜਾ ਰਿਹਾ। ਸਤਿਗੁਰ ਤੁਸੀਂ ਸੱਜਣ ਹੋ, ਤੁਸੀਂ ਮੀਤ ਹੋ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਲੋਕ ਪਰਲੋਕ ਦੇ ਵੀ ਸਹਾਇਕ ਹੋ। ਰਹਾਉ ਇੱਕ ਘੜੀ ਨ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਹੁਣ ਤੁਸੀਂ ਇਹ ਅਨੁਭਵ ਕਰਨਾ ਹੈ ਕਿ ਜਿਹੜੀ ਦੂਸਰੀ ਚਿੱਠੀ ਹੈ ਉਹ ਵੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ ਨਹੀਂ ਪਹੁੰਚੀ। ਵੀ ਪ੍ਰਿਥੀ ਚੰਦ ਨੇ ਹੀ ਰਾਹ ਦੇ ਵਿੱਚ ਆਪਣੇ ਕਾਬੂ ਕਰ ਲਈ। ਤਾਂ ਜਿਸ ਲਈ ਇਹ ਚਿੱਠੀ ਵੀ ਨਹੀਂ ਪਹੁੰਚੀ, ਸਮਾਂ ਹੋਰ ਬੀਤ ਗਿਆ। ਇਤਿਹਾਸਕਾਰ ਲਿਖਦੇ ਨੇ ਤਕਰੀਬਨ 2 ਸਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਰਹੇ ਨੇ। 14 ਸਾਲ ਦੀ ਆਰਜਾ ਸੀ ਜਦੋਂ ਉੱਥੇ ਗਏ। ਹੁਣ ਚਿੱਠੀ ਆਉਂਦੀ ਤੀਸਰੀ, ਉਹਦੇ ਉੱਤੇ ਤੀਸਰਾ ਬੰਦ ਪਾਇਆ। ਪਰ ਇਸ ਵਾਰ ਉਸ ਨੇ ਜਿਹੜੇ ਗੁਰਸਿੱਖ ਦੇ ਹੱਥ ਚਿੱਠੀ ਭੇਜਣੀ ਸੀ ਉਸ ਨੂੰ ਪੁੱਛਿਆ ਵੀ ਪਹਿਲੀਆਂ ਦੋਨੋਂ ਚਿੱਠੀਆਂ ਕੀ ਤੂੰ ਪਿਤਾ ਗੁਰਦੇਵ ਦੇ ਹੱਥ ਵਿੱਚ ਫੜਾਈਆਂ? ਆਖਣ ਲੱਗਾ ਨਹੀਂ, ਉਹ ਚਿੱਠੀਆਂ ਮੇਰੇ ਕੋਲੋਂ ਪ੍ਰਿਥੀ ਚੰਦ ਨੇ ਹੀ ਲੈ ਲਈਆਂ ਸਨ ਤੇ ਕਹਿੰਦਾ ਵੀ ਮੈਂ ਆਪ ਹੀ ਪਹੁੰਚਾ ਦੇਵਾਂਗਾ। ਹੁਣ ਤਕੀਦ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਖਦੇ ਨੇ ਦੇਖ ਭਾਈ ਗੁਰਸਿੱਖਾ, ਕੁਛ ਵੀ ਹੋ ਜਾਵੇ ਇਹ ਚਿੱਠੀ ਤੁਸੀਂ ਪਿਤਾ ਗੁਰਦੇਵ ਦੇ ਹੱਥ ਦੇ ਵਿੱਚ ਹੀ ਦੇਣੀ ਹੈ। ਹੁਣ ਜਿਸ ਵੇਲੇ ਇਹ ਚਿੱਠੀ ਪਹੁੰਚਦੀ ਹੈ ਗੁਰੂਦੇਵ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ, ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਇਹ ਚਿੱਠੀ ਨੂੰ ਪੜ੍ਹਦੇ ਨੇ। ਕੀ ਲਿਖਿਆ ਉਹਦੇ ਉੱਤੇ? ਉਹ ਨਾਲ ਪਹਿਲਾਂ 3 ਲਿਖ ਦਿੱਤਾ। ਇੱਥੋਂ ਅਨੁਭਵ ਹੋ ਗਿਆ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਵੀ ਪਹਿਲਾਂ 2 ਚਿੱਠੀਆਂ ਆ ਚੁੱਕੀਆਂ ਨੇ। ਤੇ ਸਾਹਿਬ ਆਖਦੇ ਨੇ ਇਹਨਾਂ ਵਿਰਾਗ ਦੇ ਵਿੱਚ ਆਏ ਹੋਏ ਨੇ, ਅੱਖਾਂ ਦੇ ਵਿੱਚੋਂ ਨੀਂਦ ਸੁੱਕਦਾ ਨਹੀਂ ਹੈ ਸਤਿਗੁਰ ਦੇ ਦਰਸ਼ਨਾਂ ਤੋਂ ਬਗੈਰ, ਇਹਨਾਂ ਤੜਫ ਰਹੇ ਨੇ। ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੈ। ਮੇਰੇ ਪ੍ਰੀਤਮ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਗੁਰਦੇਵ ਜੀਓ, ਨਿਰੰਕਾਰ ਜੀਓ, ਇੱਕ ਘੜੀ ਵੀ ਜੇ ਆਪ ਜੀ ਦਾ ਮਿਲਾਪ ਨਹੀਂ ਹੋ ਰਿਹਾ ਤਾਂ ਮੈਨੂੰ ਤਾਂ ਕਲਯੁਗ ਦੇ ਨਾਲ ਸਮਾਂ ਅਨੁਭਵ ਹੁੰਦਾ ਹੈ। ਕਲਯੁਗ ਦੀ ਉਮਰ 4,32,000 ਦੀ ਅਪਰੋਕਸੀਮੇਟਲੀ ਮਿਣੀ ਗਈ ਵੀ ਇੰਨੀ ਲੰਬਾ ਸਮਾਂ ਲੰਘ ਜਾਂਦਾ ਇੱਕ ਘੜੀ ਦੇ ਜੇ ਆਪ ਜੀ ਦੇ ਨਾਲ ਮੇਰਾ ਮਿਲਾਪ ਨਾ ਹੋਵੇ। ਸੋ ਪਰ ਹੁਣ ਤਾਂ ਬਹੁਤ ਲੰਬਾ ਸਮਾਂ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਵੱਲੋਂ ਕੋਈ ਹੁਕਮ ਨਹੀਂ ਆਇਆ। ਮੋਹਿ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਨਾਲ ਹੀ ਸਤਿਗੁਰ ਕਹਿੰਦੇ ਨੇ ਵੀ ਹੁਣ ਕਦੋਂ ਮਿਲੀਏ ਮੇਰੇ ਭਗਵੰਤਾ, ਮੇਰੇ ਸੁਆਮੀ, ਮੇਰੇ ਪ੍ਰੀਤਮ, ਮੇਰੇ ਵਾਹਿਗੁਰੂ, ਮੈਂ ਕਦੋਂ ਹੁਣ ਤੁਹਾਡੇ ਨਾਲ ਮਿਲ ਸਕਦਾ ਹਾਂ? ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇੰਨੀ ਤੜਫ ਲੱਗੀ ਹੋਈ ਹੈ ਆਪ ਦੇ ਦਰਸ਼ਨਾਂ ਦੀ। ਆਪ ਜੀ ਦੇ ਦਰਬਾਰ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਅਤਿਅੰਤ ਵਿਆਕੁਲ ਹੋਇਆ ਫਿਰਦਾ ਹਾਂ। ਮੈਨੂੰ ਸਮਝ ਨਹੀਂ ਪੈਂਦੀ ਮੈਂ ਕਿਸ ਤਰ੍ਹਾਂ ਆਪ ਤੱਕ ਛੇਤੀ ਪਹੁੰਚ ਜਾਵਾਂ, ਕਿਉਂਕਿ ਆਪ ਦਾ ਹੁਕਮ ਹੈ ਬੇਟਾ ਉਹਨਾਂ ਚਿਕਰ ਨਹੀਂ ਹੋਣਾ ਜਿੰਨਾ ਚਿਕਰ ਅਸੀਂ ਨਹੀਂ ਸੱਦਦੇ। ਹਉ ਕੋਲੀ ਜਿਉ ਕੋਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਮੈਂ ਕੋਲ ਕਮਾਈ ਵਾਰ-ਵਾਰ ਬਲਿਹਾਰੇ ਜਾਵਾਂ ਤੇਰੇ ਇਹ ਅਸਥਾਨ ਅੰਮ੍ਰਿਤਸਰ ਸਿਫਤੀ ਦਾ ਘਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਵ ਕਮਾਤੇ ਤੇਰੇ ਇਸ ਸੱਚੇ ਦਰਬਾਰ ਦੇ ਉੱਤੋਂ ਦੀ ਮੈਂ ਕਰਵਾਨ ਜਾਵਾਂ। ਜਿਸ ਲਈ ਇਹ ਤੀਸਰੀ ਚਿੱਠੀ ਸਤਿਗੁਰ ਸੱਚੇ ਪਾਤਸ਼ਾਹ ਨੇ ਪੜ੍ਹੀ ਤਾਂ ਉਹਨਾਂ ਨੂੰ ਅਨੁਭਵ ਹੋ ਗਿਆ ਕਿ 2 ਚਿੱਠੀਆਂ ਪਹਿਲਾਂ ਆ ਚੁੱਕੀਆਂ ਨੇ। ਹੁਣ ਉਹ ਕੀ ਹੋਇਆ, ਉਹਨਾਂ ਨੇ ਉਹ ਗੁਰਸਿੱਖ ਨੂੰ ਪੁੱਛਿਆ ਵੀ ਤੂੰ ਪਹਿਲੀਆਂ 2 ਚਿੱਠੀਆਂ ਕਿਹਨੂੰ ਦੇ ਕੇ ਗਿਆ ਹਾਂ? ਉਹ ਆਖਣ ਲੱਗੇ ਜੀ ਤੁਹਾਡੇ ਵੱਡੇ ਸੁਪੁੱਤਰ ਪ੍ਰਿਥੀ ਚੰਦ ਨੇ ਮੇਰੇ ਕੋਲੋਂ ਲੈ ਲਈਆਂ ਸਨ। ਸਤਿਗੁਰਾਂ ਨੇ ਸੁਨੇਹਾ ਭੇਜ ਕੇ ਪ੍ਰਿਥੀ ਚੰਦ ਨੂੰ ਉੱਥੇ ਸੱਦਿਆ।
ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਉਪਦੇਸ਼ ਦਿਆ ਕਰਦੇ ਸਨ, ਸਰੋਵਰ ਦੇ ਵਿੱਚ ਜਿੱਥੇ ਅੱਜ ਸ੍ਰੀ ਦਰਬਾਰ ਸਾਹਿਬ ਹੈ। ਜਿਸ ਨੇ ਸੱਦਿਆ ਆਖਣ ਲੱਗੇ ਵੀ ਭਾਈ ਚਿੱਠੀਆਂ ਕਿੱਥੇ ਨੇ ਜਿਹੜੀਆਂ ਪਹਿਲਾਂ ਅਰਜਨ ਵੱਲੋਂ, ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਆਈਆਂ। ਭਾਵੇਂ ਉਹ ਗੁਰਤਾ ਗੱਦੀ ਤੇ ਨਹੀਂ ਬੈਠੇ, ਪਰ ਆਪਾਂ ਸਤਿਕਾਰ ਜਿਹੜਾ ਹੈ ਉਹ ਰੋਮ ਰੋਮ ਕਰਕੇ ਦੇਣਾ ਉਸ ਗੁਰੂ ਨੂੰ, ਜਿਸ ਗੁਰੂ ਨੇ ਸਾਡੇ ਉੱਤੇ ਬਹੁਤ ਪਰ ਉਪਕਾਰ ਕੀਤੇ ਨੇ। ਆਖਣ ਲੱਗਾ ਕਿਹੜੀਆਂ ਚਿੱਠੀਆਂ? ਮੈਨੂੰ ਕੋਈ ਚਿੱਠੀ ਪ੍ਰਾਪਤ ਨਹੀਂ ਹੋਈ। ਸਤਿਗੁਰਾਂ ਨੇ ਸੁਨੇਹਾ ਭੇਜਿਆ, ਘਰ ਦੇ ਵਿੱਚੋਂ ਜਾ ਕੇ ਦੋਨੋਂ ਚਿੱਠੀਆਂ ਉਹਦੇ ਖੀਸੇ ਦੇ ਵਿੱਚੋਂ ਕੱਢ ਕੇ ਲਿਆਏ। ਬੜਾ ਇਹ ਸ਼ਰਮਨਾਕ ਹੋਇਆ, ਪਰ ਇਹਨੂੰ ਇਹ ਡਰ ਪਿਆ ਹੋਇਆ ਸੀ ਗੁਰਮੁਖ ਪਿਆਰਿਓ ਵੀ ਜਿਸ ਨੇ ਇਸ ਨੇ ਪਹਿਲੀ ਚਿੱਠੀ ਪੜ੍ਹੀ ਤਾਂ ਇਹਨੂੰ ਅਨੁਭਵ ਹੋ ਗਿਆ ਕਿ ਜਿਹੜੀ ਬਾਣੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਮੇਰੇ ਪਿਤਾ ਜੀ ਲਿਖ ਰਹੇ ਨੇ, ਇਹ ਬਾਣੀ ਹੀ ਰੂਪ ਚਿੱਠੀਆਂ ਨੇ। ਤੇ ਜਿਸਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚਿੱਠੀਆਂ ਪੜ੍ਹਨਗੇ, ਇਹ ਅਨੁਭਵ ਕਰ ਲੈਣਗੇ ਕਿ ਜਿਹੜਾ ਛੋਟਾ ਪੁੱਤਰ ਅਰਜਨ ਹੈ ਉਹ ਗੁਰਤਾ ਗੱਦੀ ਦੇ ਲਾਇਕ ਹੈ ਤੇ ਉਸ ਨੂੰ ਗੁਰਤਾ ਗੱਦੀ ਦੇ ਦੇਣਗੇ। ਇਸ ਨੂੰ ਡਰ ਪਿਆ ਹੋਇਆ ਸੀ, ਇਸੇ ਕਾਰਨ ਕਰਕੇ ਇਹ ਵਿਆਹ ਤੇ ਨਹੀਂ ਗਿਆ, ਕਿਉਂਕਿ ਪੈਸੇ ਧੇਲੇ ਦਾ ਸਾਰਾ ਹਿਸਾਬ ਇਹਦੇ ਹੱਥ ਦੇ ਵਿੱਚ ਹੋਇਆ ਕਰਦਾ ਹੁੰਦਾ ਸੀ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਤੇ ਉਹ ਪਿਰਥੀ ਕੁਝ ਹੋਰ ਸਿੱਖਾਂ ਨੂੰ ਉਸੇ ਵੇਲੇ ਹੀ ਲਾਹੌਰ ਵੱਲ ਨੂੰ ਤੋਰਿਆ ਤੇ ਆਖਣ ਲੱਗੇ ਉਥੋਂ ਸਾਡੇ ਸਪੁੱਤਰ ਅਰਜਨ ਦੇਵ ਜੀ ਨੂੰ ਵਾਪਸ ਲੈ ਕੇ ਆਵੋ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੈਂਡਾ ਕੱਟਦੇ ਹੋਏ ਇਹ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ, ਜਿਸ ਦਾ ਨਾਮ ਪਹਿਲਾਂ ਰਾਮਦਾਸ ਚੱਕ ਵੀ ਸੀ। ਜਿਸ ਵੇਲੇ ਉੱਥੇ ਆਉਂਦੇ ਨੇ ਤੇ ਆਉਂਦਿਆਂ ਨੇ ਦੂਰੋਂ ਹੀ ਆਪਣੇ ਪਿਤਾ ਨੂੰ, ਆਪਣੇ ਗੁਰੂ ਨੂੰ ਨਮਸਕਾਰ ਕੀਤੀ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਆਏ। ਜਿਸ ਵੇਲੇ ਕੋਲ ਆਏ, ਚਰਨਾਂ ਤੇ ਨਮਸਕਾਰ ਕੀਤੀ, ਡੰਡੌਤ ਕੀਤੀ, ਬੜੇ ਵਿਰਾਗ ਦੇ ਵਿੱਚ ਆਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਿਰਾਗ ਦੇ ਵਿੱਚ ਆਏ ਤੇ ਸਤਿਗੁਰਾਂ ਨੇ ਗਲੇ ਦੇ ਨਾਲ ਲਾਇਆ, ਧੀਰਜ ਦਿੱਤਾ ਤੇ ਭਰੀ ਸੰਗਤ ਦੇ ਵਿੱਚ ਆਖਣ ਲੱਗੇ ਕਿ ਜੋ ਬਾਣੀ ਤੁਸੀਂ ਉਚਾਰਨ ਕੀਤੀ ਹੈ ਇੰਨੀ ਵਿਰਹੋਂ ਵਾਲੀ, ਇਹਦਾ ਹੁਣ ਅਸੀਂ ਤੈਨੂੰ ਹੁਕਮ ਦਿੰਦੇ ਹਾਂ ਕਿ ਇਹਦਾ ਚੌਥਾ ਬੰਦ ਵੀ ਉਚਾਰਨ ਕਰ। ਤਾਂ ਉਹ ਜਿਹੜਾ ਚੌਥਾ ਬੰਦ ਫਿਰ ਸਤਿਗੁਰਾਂ ਨੇ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹੋਏ ਮਖਾਰਵੰਦ ਦੇਖਦੇ ਕਹਿੰਦੇ, ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਅਵਨਾਸੀ, ਘਰ ਮੈਂ ਪਾਇਆ ਕਰੋ ਕਿਰਪਾ ਜੀ। ਰਹਾਓ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਮੇਰੇ ਅੱਜ ਉਹ ਭਾਗ ਉਜਾਗਰ ਹੋਏ ਨੇ ਜਿਹੜੇ ਉੱਚੇ ਤੇ ਸੁੱਚੇ ਨੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਕਿਰਪਾ ਦੇ ਨਾਲ ਵਾਪਸ ਮੇਰਾ ਮਿਲਾਪ ਆਪ ਜੀ ਦੇ ਨਾਲ ਹੋਇਆ। ਇਹ ਐਸੇ ਸੰਤ ਪਿਆਰਿਆਂ ਦੀ ਕਿਰਪਾ ਦੇ ਨਾਲ ਮੇਰੇ ਉੱਚੇ ਭਾਗ ਬਣੇ ਨੇ, ਜਿਹਦੇ ਕਰਕੇ ਪ੍ਰਭ ਅਬਨਾਸੀ ਘਰ ਮੈਂ ਪਾਇਆ। ਅੱਜ ਮੈਂ ਉਸ ਵਾਹਿਗੁਰੂ ਨੂੰ ਜੋ ਅਬਨਾਸੀ ਹੈ, ਨਾਸ਼ ਰਹਿਤ ਹੈ, ਸਰਬ ਵਿਆਪਕ ਹੈ, ਉਸ ਵਾਹਿਗੁਰੂ ਸਰੂਪ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਕਹਿੰਦੇ ਸਤਿਗੁਰੂ ਜੀ ਮੇਰੇ ਤੇ ਹੁਣ ਕਿਰਪਾ ਕਰੋ, ਹੁਣ ਅਗਾਂਹ ਨਾ ਮੈਨੂੰ ਆਪਣੇ ਕੋਲੋਂ ਵਿਛੋੜਾ ਦਿਓ। ਹੁਣ ਮੇਰਾ ਤੇ ਇਹੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਮੈਂ ਹਰ ਵੇਲੇ ਆਪ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਪ ਜੀ ਦੀ ਸੇਵਾ ਕਰਾਂ, ਔਰ ਇੱਕ ਪਲ ਦੇ ਵਿੱਚੋਂ ਇੱਕ ਚਸਾ ਵੀ ਮੈਂ ਆਪ ਜੀ ਦੇ ਕੋਲੋਂ ਦੂਰ ਨਾ ਹੋਵਾਂ। ਕਿਉਂਕਿ ਗੁਰੂ ਨਾਨਕ ਨਿਰੰਕਾਰ ਦਾ ਨਾਮ ਵਰਤ ਕੇ ਤੇ ਸਤਿਗੁਰ ਕਹਿੰਦੇ ਨੇ, ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਾਸ ਹਾਂ, ਆਪ ਜੀ ਦੇ ਸੇਵਾਦਾਰ ਹਾਂ। ਹਉ ਕੋਲੀ ਜਿਉ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਸਤਿਗੁਰ ਸੱਚੇ ਪਾਤਸ਼ਾਹ ਜੀਓ ਐਸੀ ਆਪਨੇ ਕਿਰਪਾ ਬਣਾਈ ਰੱਖਣੀ ਕਿ ਅਸੀਂ ਆਪ ਜੀ ਦੇ ਦਾਸ ਬਣੇ ਰਹੀਏ। ਮੈਂ ਦਾਸ ਬਣ ਕੇ ਸਤਿਗੁਰ ਜੀ ਤੇਰੇ ਉੱਤੋਂ, ਤੁਹਾਡੇ ਉੱਤੋਂ, ਤੁਹਾਡੀ ਸੰਗਤ ਦੇ ਉੱਤੋਂ, ਤੁਹਾਡੇ ਇਸ ਅਸਥਾਨ ਦੇ ਉੱਤੋਂ ਰੋਮ ਰੋਮ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ
ਬਲਿਹਾਰੇ ਜਾਵਾਂ ਵਾਰਨੇ ਜਾਵਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਦੀ ਮੈਂ ਰੋਮ ਰੋਮ ਕਰਕੇ ਵਡਿਆਈ ਕਰਾਂ। ਰਹਾਓ ਰਾਗ ਮਾਝ ਮਹਿਲਾ ਪੰਜਵਾਂ। ਹੁਣ ਇੱਥੇ ਥੋੜੇ ਜਿਹਾ ਦੋ ਕੁ ਮਿੰਟ ਮੈਂ ਆਪ ਜੀ ਦੇ ਲੈਣੇ ਚਾਹੁੰਦਾ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ 3 ਪੁੱਤਰ ਨੇ, ਪ੍ਰਿਥੀ ਚੰਦ, ਮਹਾਦੇਵ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਪ੍ਰਿਥੀ ਚੰਦ ਜਦੋਂ ਤੋਂ ਉਸਨੇ ਹੋਸ਼ ਸੰਭਾਲੀ ਸੀ ਉਸ ਦਿਨ ਤੋਂ ਉਸ ਦਾ ਸੁਭਾਅ ਬੜਾ ਝਗੜਾਲੂ ਸੀ, ਆਰਗੂਮੈਂਟਲ ਸੀ। ਉਹ ਬਹਿਸ ਵਸਾਈਏ ਦੇ ਵਿੱਚ ਹੀ ਬਹੁਤ ਫਸਿਆ ਰਹਿੰਦਾ ਹੁੰਦਾ ਸੀ। ਤਾਂ ਉਸਨੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਵਾਰ ਝਗੜਾ ਕੀਤਾ, ਬਹੁਤ ਵਾਰ ਉਹਨਾਂ ਨੇ ਬੜੇ ਮਾੜੇ ਚੰਗੇ ਸਵਾਲ ਵੀ ਕੀਤੇ। ਇਸੇ ਕਾਰਨ ਕਰਕੇ ਨਿਰੰਕਾਰ ਨੇ ਬਾਣੀ ਉਚਾਰਨ ਕੀਤੀ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਪਰ ਇਹ ਇੱਕ ਖੇਡ ਸੀ, ਸੰਸਾਰ ਨੂੰ ਕੁਝ ਸਤਿਗੁਰ ਸੱਚੇ ਪਾਤਸ਼ਾਹ ਜੀ ਗਿਆਨ ਦੇਣਾ ਚਾਹੁੰਦੇ ਸਨ ਕਿ ਘਰ ਦੇ ਵਿੱਚ ਇੰਨਾ ਜੇ ਬਖਰੇਵਾ ਵੀ ਪੈ ਜਾਵੇ, ਤਰਲੋ ਮੱਛੀ ਵੀ ਹੋ ਜਾਵੇ, ਫਿਰ ਵੀ ਤੁਸੀਂ ਪੂਰੇ ਭਗਵੰਤ ਦਾ, ਪੂਰੇ ਵਾਹਿਗੁਰੂ ਦਾ ਪੱਲਾ ਨਹੀਂ ਛੱਡਣਾ, ਉਹਦੀ ਰਜ਼ਾ ਦੇ ਵਿੱਚ ਹੀ ਰਹਿਣਾ ਹੈ। ਤੇ 2 ਸਾਲ ਵਾਸਤੇ, ਕਿਉਂਕਿ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੀਤਲਤਾ ਦੇ ਸਮੁੰਦਰ ਨੇ, ਬਹੁਤ ਵਿਰਾਗ ਦੀ ਮੂਰਤ ਨੇ ਔਰ ਬੜੇ ਹੀ ਕੋਮਲ ਸੁਭਾਅ ਵਾਲੇ ਨੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਨੁਭਵ ਕਰ ਗਏ ਕਿ ਜਿਹੜਾ ਰੋਜ਼ ਘਰ ਦੇ ਵਿੱਚ ਝਗੜਾ ਹੁੰਦਾ, ਇਹਦਾ ਅਸਰ ਬਹੁਤ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਪੈ ਰਿਹਾ ਹੈ। ਇਸ ਕਾਰਨ ਕਰਕੇ ਲੰਬੇ ਸਮੇਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਲਾਹੌਰ ਦੇ ਵਿੱਚ ਇਹਨਾਂ ਨੂੰ ਰਹਿਣ ਦਿੱਤਾ ਵੀ ਇੱਥੇ ਜਿਹੜੇ ਝਗੜੇ ਹੁੰਦੇ ਨੇ ਉਹਨਾਂ ਦੇ ਨਾਲ ਕਿਸੇ ਨੇ ਇਹਨਾਂ ਦਾ ਮਨ ਨਾ ਦੁਖੀ ਹੋਵੇ। 2 ਸਾਲ ਉਹ ਉੱਥੇ ਰਹੇ। 14 ਸਾਲ ਦੀ ਆਰਜਾ ਦੇ ਵਿੱਚ ਗਏ, 16 ਸਾਲ ਦੀ ਆਰਜਾ 'ਚ ਵਾਪਸ ਆਏ। 18 ਸਾਲ ਦੀ ਆਰਜਾ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ, ਜਿਸ ਲਈ ਇਹਨਾਂ ਨੂੰ ਗੁਰਤਾ ਗੱਦੀ ਹਾਸਲ ਹੁੰਦੀ ਹੈ। ਗੁਰਤਾ ਗੱਦੀ ਜਿਸ ਲਈ ਦਿੱਤੀ ਗਈ, ਇਹ ਪ੍ਰਿਥਵੀ ਨੇ ਬੜਾ ਵਿਰੋਧ ਕੀਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਲਈ ਘਰ ਦੇ ਵਿੱਚ ਆਏ, ਆਪਣੇ ਜਿਹੜੇ ਮਹੱਲ ਨੇ, ਅੱਜ ਵੀ ਉਹ ਗੁਰੂ ਕੇ ਮਹੱਲ ਜਿਹੜੇ ਅਸਥਾਨ ਅੰਮ੍ਰਿਤਸਰ ਦੇ ਵਿੱਚ ਹੈ, ਤੇ ਬੀਬੀ ਭਾਨੀ ਜੀ ਨੂੰ ਆਖਣ ਲੱਗੇ ਵੀ ਆਪਾਂ ਸਵੇਰੇ ਮੂੰਹ ਹਨੇਰੇ ਅੰਮ੍ਰਿਤਸਰ ਛੱਡ ਜਾਣਾ, ਇਸ ਜਗ੍ਹਾ ਨੂੰ ਆਪਾਂ ਛੱਡ ਜਾਣਾ, ਤੂੰ ਅਰਜਨ ਨੂੰ ਨਾਲ ਲੈ ਕੇ ਸਾਤੋਂ ਅੱਗੇ ਅੱਗੇ ਗੱਡੇ ਦੇ ਉੱਤੇ ਬੈਠ ਕੇ ਚੱਲ ਜਾਣਾ, ਅਸੀਂ ਤੁਹਾਡੇ ਮਗਰ ਹੀ ਸੰਗਤ ਦੇ ਨਾਲ ਆ ਜਾਵਾਂਗੇ। ਆਖਣ ਲੱਗੇ ਕਿ ਅਸੀਂ ਹੁਣ ਆਪਣੇ ਇਸ ਪ੍ਰਿਥਵੀ ਚੰਦ ਦੇ ਨਾਲ ਹੋਰ ਝਗੜਾ ਜਾਂ ਇਸ ਦਾ ਹੋਰ ਜੋ ਵਾਦ ਵਿਵਾਦ ਵਾਲਾ ਜਿਹੜਾ ਇਹਨਾਂ ਗੱਲਾਂ ਕਰਦੇ ਨੇ, ਅਸੀਂ ਨਹੀਂ ਸੁਣਨੀਆਂ ਚਾਹੁੰਦੇ। ਇਸ ਕਾਰਨ ਕਰਕੇ ਅਸੀਂ ਇੱਥੋਂ ਹੁਣ ਚਲੇ ਜਾਣਾ। ਬੀਬੀ ਭਾਨੀ ਨੇ ਸੱਤ ਆਖਿਆ। ਬੀਬੀ ਭਾਨੀ ਜੀ ਸਵੇਰ ਮੂੰਹ ਹਨੇਰੇ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਗੁਰਸਿੱਖ ਜਿਹੜੇ ਨੇ, ਉਹਨਾਂ ਦੇ ਨਾਲ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਵੱਲ ਨੂੰ ਤੁਰ ਪਏ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਪਹੁੰਚਦੇ ਨੇ, ਉੱਥੇ ਭਾਈ ਮੋਹਰੀ ਜੀ ਜਿਹੜੇ ਬੀਬੀ ਭਾਨੀ ਜੀ ਦੇ ਵੀਰ ਨੇ, ਭਰਾ ਨੇ, ਉਹਨਾਂ ਨੂੰ ਮਿਲਦੇ ਨੇ। ਭਾਈ ਮੋਹਰੀ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਬਾਅਦ ਸਤਿਗੁਰਾਂ ਨੂੰ ਆਪਣੇ ਜਿਹੜਾ ਇਹਨਾਂ ਦਾ ਅਸਥਾਨ ਸੀ, ਘਰ-ਬਾਰ ਸੀ, ਉੱਥੇ ਰਹਿਣ ਬਸੇਰਾ ਸੀ, ਉੱਥੇ ਉਹ ਲੈ ਕੇ ਚਲੇ ਗਏ। ਹੁਣ ਇਹ ਦੇਖਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਨੇ। ਮਨ ਦੇ ਵਿੱਚ ਇੱਥੇ ਤੱਕ ਵੀ ਸੀ, ਪਤਾ ਸੀ ਕਿ ਸਰੀਰ ਕਿਸ ਦਿਨ ਅਲੋਪ ਕਰਨਾ ਹੈ ਇਸ ਸੰਸਾਰ ਦੇ ਤੋਂ। ਬੀਬੀ ਭਾਨੀ ਜੀ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਇਹ ਸਭ ਕੁਝ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਸ ਵੇਲੇ ਬੀਬੀ ਭਾਨੀ ਨੇ ਆਖਿਆ ਸੀ ਘਰ ਦੇ ਵਿੱਚ ਰਹੇ, ਤੇ ਸਤਿਗੁਰਾਂ ਨੇ ਉੱਥੇ ਵਚਨ ਕੀਤਾ ਸੀ, ਕਹਿੰਦੇ ਤੁਸੀਂ ਚੱਲਦੇ ਪਾਣੀ ਨੂੰ ਬੰਨ੍ਹ ਲਾ ਦਿੱਤਾ ਹੈ। ਇਸ ਕਾਰਨ ਕਰਕੇ ਇਹ ਬੰਨ੍ਹ ਜਿਹੜਾ ਲਾਇਆ ਹੈ, ਇਹਦੇ ਵਿੱਚ ਬਹੁਤ ਤਕਲੀਫਾਂ ਆਪ ਜੀ ਨੂੰ ਹੋਣੀਆਂ ਨੇ। ਆਪਣੇ ਇਹਨਾਂ ਤਕਲੀਫਾਂ ਨੂੰ ਜਨਮ ਦਾ ਮਾਦਾ ਬਣਾਉਣਾ ਪੈਣਾ, ਆਪਣੇ ਆਪ ਨੂੰ ਤੁਹਾਨੂੰ ਤਗੜੇ ਕਰਨਾ ਪੈਣਾ। ਬੀਬੀ ਭਾਨੀ ਜੀ ਨੇ ਵਚਨ ਕੀਤਾ ਸੀ ਉੱਥੇ ਵੀ ਸਤਿਗੁਰੂ ਜੀ ਆਪ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖੋਗੇ ਤੇ ਮੈਂ ਸਭ ਕੁਝ ਜਰ ਸਕਦੀ ਹਾਂ। ਇੱਥੇ ਤੱਕ ਵੀ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਉਣ ਵਾਲਾ ਸਮਾਂ ਬੀਬੀ ਭਾਨੀ ਨੂੰ ਉਸ ਵੇਲੇ ਦਿਖਾ ਦਿੱਤਾ ਸੀ।
ਕੁਝ ਸਮਾਂ ਆਪਣੀ ਆਰਜਾ ਦੇ ਵਿੱਚੋਂ ਗੁਰੂ ਰਾਮਦਾਸ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੀ। ਹੁਣ ਦੇਖੋ, ਇੱਕ ਆਪਣੇ ਮਨ ਦਾ ਕੈਮਰਾ ਉੱਥੇ ਲੈ ਕੇ ਜਾਓ, ਆਪਣੀ ਭਾਵਨਾ ਨੂੰ ਉੱਥੇ ਲੈ ਕੇ ਜਾਓ। ਗੋਇੰਦਵਾਲ ਸਾਹਿਬ ਹੈ, ਉਹ ਦਿਨ ਕਰੀਬ ਆ ਰਿਹਾ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਤੋਂ ਪਿਆਨਾ ਕਰਨਾ ਹੈ। ਇੱਕ ਪਾਸੇ ਬੀਬੀ ਭਾਨੀ, ਜਿਹਨੂੰ ਸੱਚੀ ਭਾਣਾ ਮੰਨਣ ਦਾ ਸਤਿਗੁਰਾਂ ਨੇ ਬਲ ਦਿੱਤਾ ਸੀ, ਇੱਕ ਪਾਸੇ ਉਹ ਦੇਖ ਰਹੀ ਆ ਕਿ ਮੇਰਾ ਸਾਈਂ ਗੁਰਦੇਵ ਇਹ ਨਿਰੰਕਾਰ ਸੱਚੇ ਪਾਤਸ਼ਾਹ ਰੂਪ ਨੇ ਆਪਣੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਟਿਕਾ ਕੇ ਕੁਝ ਰੋਜ਼ ਕੱਲ ਨੂੰ ਇਹਨਾਂ ਨੇ ਇਸ ਸੰਸਾਰ ਦੀ ਯਾਤਰਾ ਖਤਮ ਕਰ ਦੇਣੀ ਹੈ। ਦੂਸਰੇ ਪਾਸੇ ਉਧਰ ਪੁੱਤਰ ਹੈ, ਜਿਹੜੇ ਪੁੱਤਰ ਦੇ ਕਾਰਨ ਕਰਕੇ ਜਿਹੜੀ ਜਗ੍ਹਾ ਨੂੰ ਅੱਜ ਜਿਹਨੂੰ ਅਸੀਂ ਸੱਚਖੰਡ ਆਖਦੇ ਹਾਂ, ਉਸ ਸੱਚਖੰਡ ਤੋਂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਵਿਛੋੜਾ ਪਾਉਣਾ ਪਿਆ ਪਿਰਥੀਏ ਦੀ ਕਾਰਨ ਕਰਕੇ। ਔਰ ਦੇਖ ਰਹੀ ਹੈ ਕਿ ਇਹ ਪਿਰਥੀਏ ਦੇ ਕਿੰਨੇ ਮਾੜੇ ਕਰਮ ਨੇ ਕਿ ਪਿਤਾ ਗੁਰਦੇਵ ਦੇ ਦਰਸ਼ਨ ਵੀ ਨਹੀਂ ਅੰਤਲੇ ਸਮੇਂ ਦੇ ਉੱਤੇ ਕਰ ਸਕਦੇ, ਕਿਉਂਕਿ ਸਤਿਗੁਰੂ ਨੇ ਆਖਿਆ ਸੀ ਕਿ ਇਹਦਾ ਹੱਥ ਵੀ ਮੇਰੇ ਸਰੀਰ ਨੂੰ ਨਹੀਂ ਲੱਗਣਾ ਚਾਹੀਦਾ। ਸੋ ਉਧਰ ਤੀਜੇ ਪਾਸੇ ਇਹ ਦੇਖ ਰਹੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬਹੁਤ ਥੋੜਾ ਸਮਾਂ ਆਪਣੇ ਪਿਤਾ ਦੀ ਗੋਦ ਦੇ ਵਿੱਚ ਮਾਣਿਆ, ਭਾਵੇਂ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਇਹਨਾਂ ਦਾ ਪ੍ਰਕਾਸ਼ ਹੋਇਆ, ਉੱਥੇ ਨਾਨਾ ਗੁਰਦੇਵ ਨੇ ਬਹੁਤ ਸਿੱਖਿਆ ਦਿੱਤੀ ਆਪਣੇ ਦੋਤਰੇ ਨੂੰ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਰ ਵੇਲੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਸਨ। 21 ਸਾਲ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ, ਜੋ ਆਪ ਸਾਰਾ ਇਤਿਹਾਸ ਨੂੰ ਜਾਣਦੇ ਹੋ। ਹੁਣ ਬੀਬੀ ਭਾਨੀ ਦੇ ਦਿਲ ਦੇ ਉੱਤੇ, ਮਨ ਦੇ ਉੱਤੇ ਉਸ ਵੇਲੇ ਕੀ ਗੁਜ਼ਰ ਰਹੀ ਹੋਵੇਗੀ, ਇਹ ਉਹ ਨਿਰੰਕਾਰ ਸੱਚੇ ਪਾਤਸ਼ਾਹ ਹੀ ਜਾਣਦੇ ਨੇ। ਸਮਾਂ ਆਇਆ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ ਨੂੰ ਅਲਵਿਦਾ ਕਰ ਕਹਿ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਭਾਈ ਮੋਹਨ ਜੀ, ਭਾਈ ਮੋਹਰੀ ਜੀ ਤੇ ਹੋਰ ਗੁਰਸਿੱਖ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਜਿਹੜੇ ਸਤਿਗੁਰ ਦੇ ਪ੍ਰੇਮੀ ਸਨ, ਸਾਰਿਆਂ ਨੇ ਇਹ ਸਤਿਗੁਰ ਦਾ ਸੰਸਕਾਰ ਕੀਤਾ। ਪਰ ਉੱਥੇ ਪਿਰਥੀ ਨਹੀਂ ਆਇਆ, ਪਿਰਥੀ ਚੰਦ ਨਹੀਂ ਆਇਆ। ਪਰ ਜਿੱਦਣ ਦਸਤਾਰਬੰਦੀ ਹੋਣੀ ਸੀ, ਉੱਥੇ ਪਿਰਥੀ ਚੰਦ ਜ਼ਰੂਰ ਆਇਆ। ਉਸਨੇ ਫਿਰ ਕੁਝ ਬੰਦੇ ਨਾਲ ਲਿਆਂਦੇ, ਬੜਾ ਖੌਰੂ ਪਾਇਆ, ਇੱਥੇ ਬੜਾ ਝਗੜਾ ਕੀਤਾ। ਤੇ ਜਿਹੜੇ ਕਹਿੰਦਾ ਆਖਣ ਲੱਗਾ ਵੱਡਾ ਪੁੱਤਰ ਮੈਂ ਹਾਂ, ਇਹ ਜਿਹੜੀ ਦਸਤਾਰਬੰਦੀ ਆ, ਇਹ ਦਸਤਾਰ ਮੈਨੂੰ ਮਿਲਣੀ ਚਾਹੀਦੀ ਹੈ। ਉਹਨਾਂ ਨੇ ਸਾਰਿਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ, ਮਾਤਾ ਭਾਨੀ ਜੀ ਨੂੰ ਪੁੱਛਿਆ, ਹੋਰ ਸਾਰੇ ਸਿਆਣੇ ਗੁਰਸਿੱਖਾਂ ਨੇ ਸਲਾਹ ਕੀਤੀ ਵੀ ਇਹ ਦਸਤਾਰ ਪਿਰਥੀ ਚੰਦ ਨੂੰ ਦੇ ਦੇਣੀ ਚਾਹੀਦੀ ਹੈ। ਸੋ ਦਸਤਾਰਬੰਦੀ ਜਿਸ ਨੇ ਗੋਇੰਦਵਾਲ ਸਾਹਿਬ ਹੋਈ ਤਾਂ ਇਹ ਦਸਤਾਰ ਪਿਰਥੀ ਚੰਦ ਨੂੰ ਹੀ ਦਿੱਤੀ ਗਈ ਸੀ। ਪਰ ਪਿਰਥੀ ਚੰਦ ਕੁਝ ਜਿਹੜੇ ਆਪਣੇ ਨਾਲ ਠੇਕੇਦਾਰ ਲੈ ਕੇ ਆਇਆ ਸੀ, ਡੰਗਾਂ ਵਾਲੇ ਲੈ ਕੇ ਆਇਆ ਸੀ, ਉਹਨਾਂ ਦੇ ਨਾਲ ਜਦੋਂ ਵਾਪਸ ਅੰਮ੍ਰਿਤਸਰ ਚਲ ਗਿਆ, ਉੱਥੇ ਗੁਰੂ ਬਣ ਕੇ ਵੀ ਬੜਾ ਚਿਰ ਇਹ ਲੋਕਾਂ ਦੇ ਨਾਲ ਠੱਗੀਆਂ ਕਰਦਾ ਰਿਹਾ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਟਿਕੇ ਹੋਏ ਨੇ। ਪਰ ਇੱਕ ਵਾਰ ਕੀ ਹੋਇਆ, ਪਿਰਥੀ ਚੰਦ ਨੇ ਵਿਚਾਰ ਬਣਾ ਲਏ ਵੀ ਲੋਕ ਜਿਹੜੇ ਇੱਥੇ ਦੇ ਨੇ ਹੁਣੇ ਮੈਨੂੰ ਗੁਰੂ ਨਹੀਂ ਮੰਨਦੇ, ਸਗਾ ਮੇਰੇ ਨਾਲ ਈਰਖਾ ਕਰਨ ਲੱਗ ਪਏ ਨੇ। ਇਹਨਾਂ ਨੇ ਲਾਹੌਰ ਨੂੰ ਗਏ, ਲਾਹੌਰ ਤੋਂ ਆਉਂਦੇ ਇੱਕ ਰਾਸਤੇ ਦੇ ਵਿੱਚ ਜਗ੍ਹਾ ਇਹਨਾਂ ਨੂੰ ਬੜੀ ਪਸੰਦ ਆਈ, ਇਹਨਾਂ ਨੇ ਉੱਥੇ ਆਪਣਾ ਰਹਿਣ ਬਸੇਰਾ ਬਣਾਉਣ ਦਾ ਉਪਰਾਲਾ ਕਰ ਲਿਆ। ਤਾਂ ਇਧਰੋਂ ਗੁਰੂ ਜੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਸੀ ਵੀ ਇਹ ਜਿਹੜਾ ਸੱਚਖੰਡ ਹੈ, ਇਹ ਜਿਹੜਾ ਦਰਬਾਰ ਸਾਹਿਬ ਹੈ, ਇਹ ਜਿਹੜਾ ਅਸੀਂ ਸਰੋਵਰ ਖੋਦਾ, ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਇਹਨੂੰ ਪੱਕਾ ਤੁਸੀਂ ਕਰਨਾ ਹੈ। ਇੱਥੇ ਸੱਚਖੰਡ ਦਾ ਉਹ ਦਰਬਾਰ ਸਾਹਿਬ ਤੁਸਾਂ ਨੇ ਤਿਆਰ ਕਰਨਾ ਹੈ। ਤੇ ਸਤਿਗੁਰ ਜਾ ਕੇ ਸੇਵਾ ਦੇ ਵਿੱਚ ਲੱਗ ਗਏ। ਜਦੋਂ ਸੇਵਾ ਦੇ ਵਿੱਚ ਲੱਗੇ ਨੇ, ਹੁਣ ਬੜੀ ਸੰਗਤ ਆਉਂਦੀ, ਸਤਿਗੁਰ ਉਸ ਸੰਗਤ ਦੀ ਸੇਵਾ ਵੀ ਬਹੁਤ ਕਰਦੇ ਨੇ। ਭਾਈ ਇਹ ਉਸ ਸਮੇਂ ਨੂੰ ਜਦੋਂ ਤੁਸੀਂ ਅਨੁਭਵ ਕਰੋਗੇ, ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਨਿਰੰਕਾਰ ਕਿੰਨੇ ਦਿਆਲੂ ਤੇ ਕਿਰਪਾਲੂ ਸਨ। ਅੱਜ ਵੀ ਦਇਆ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਬੈਠ ਕੇ। ਕਿੰਨਾ ਵਿਰਾਗ ਸੀ ਗੁਰੂ ਪਿਤਾ ਵਾਸਤੇ ਉਹਨਾਂ ਦਾ। ਬੀਬੀ ਭਾਨੀ ਸੱਚਮੁੱਚ ਹੀ ਕਿੰਨਾ ਭਾਣਾ ਮੰਨਣ ਵਾਲੀ ਇਹ ਇਸ ਸੰਸਾਰ ਤੇ ਮਾਤਾ ਹੋਈ ਹੈ। ਜਿਸ ਵੇਲੇ ਫਿਰ ਹੁਣ ਸੰਗਤ ਆਉਂਦੀ ਹੈ, ਸੰਗਤ ਆਉਣ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਉਦੋਂ ਸੰਗਤ ਨੂੰ ਪਰਮਾਤਮਾ ਦਾ ਗਿਆਨ ਦੇਣ ਲੱਗਦੇ ਨੇ।
परमात्मा दे सन्मुख परमात्मा दा रूप हुंदे होए भी आप ਉਹ ਅਕਾਲ ਪੁਰਖ ਨੂੰ ਬੇਨਤੀਆਂ ਕਰ ਰਹੇ ਨੇ, ਕਰੋ ਕਿਰਪਾ। ਸਾਰੁਤ ਸੁਹਾਵੀ ਜਿਤ ਤੁਧ ਸਮਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ। ਸਤਿਗੁਰ ਕਹਿੰਦੇ ਨੇ ਵੀ ਉਹ ਰੁੱਤ, ਚਾਹੇ ਉਹ ਗਰਮੀ ਦੀ ਹੈ, ਚਾਹੇ ਸਰਦੀ ਦੀ ਹੈ, ਚਾਹੇ ਪਤਝੜ ਦੀ, ਚਾਹੇ ਬਸੰਤ ਦੀ ਹੈ, ਉਹ ਰੁੱਤ ਬਹੁਤ ਸ਼ੋਭਨੀਕ ਹੈ, ਬਹੁਤ ਸੋਹਣੀ ਹੈ। ਜਿੱਦੋਂ ਰੁੱਤ ਦੇ ਵਿੱਚ ਨਿਰੰਕਾਰ ਤੇਰੀ ਯਾਦ ਬਣੀ ਰਹੇ, ਉਹ ਕੰਮ ਜਿਹੜਾ ਕਿ ਬਹੁਤ ਹੀ ਸ਼ੋਭਨੀਕ ਹੈ, ਉਹ ਬਹੁਤ ਉੱਚਾ ਤੇ ਸੁੱਚਾ ਹੈ, ਜਿਹੜੇ ਕੰਮ ਦੇ ਵਿੱਚ ਸਤਿਗੁਰ ਜੀ ਆਪ ਜੀ ਦੀ ਸੇਵਾ ਹੋ ਰਹੀ ਹੋਵੇ, ਘਾਲੀ ਸੇਵਾ ਨੂੰ ਕਹਿੰਦੇ ਨੇ, ਕਿ ਜਿੱਥੇ ਆਪ ਜੀ ਦੀ ਸੇਵਾ ਹੋ ਰਹੀ ਹੋਵੇ ਉਹ ਰੁੱਤ ਵੀ ਸੁਹਾਵੀ, ਜਿੱਥੇ ਆਪ ਜੀ ਦੀ ਯਾਦ ਹੈ ਉਹ ਕੰਮ ਵੀ ਉਹੀ ਸੋਹਣਾ ਲੱਗਦਾ ਸੰਸਾਰ ਤੇ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਸਮਾਂ ਲੱਗਾ ਹੋਵੇ। ਸੋ ਰਿਦਾ ਸੁਹੇਲਾ ਜਿਤ ਹਿਰਦੇ ਤੂੰ ਉਠਾ, ਸਬਨਾ ਕੇ ਦਾਤਾਰਾ ਜੀਓ। ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਰੇ ਸੰਸਾਰ ਦੇ ਸਰਵ ਵਿਆਪਕ ਦਾਤਾ ਜੀਓ, ਉਹ ਹਿਰਦਾ ਵੀ ਸੁਖੀ ਹੈ, ਉਹ ਹਿਰਦਾ ਆਨੰਦ ਵਾਲਾ ਹੈ, ਜਿੱਦੋਂ ਹਿਰਦੇ ਦੇ ਵਿੱਚ ਆਪ ਜੀ ਦਾ ਨਾਮ ਟਿਕਿਆ ਹੋਇਆ ਹੈ, ਆਪ ਜੀ ਖੁਦ ਉਦੋਂ ਹਿਰਦੇ ਦੇ ਵਿੱਚ ਟਿਕੇ ਹੋਏ ਹੋ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਹਉ ਨਿਦ ਤੇਰੇ ਅਖੁੱਟ ਭੰਡਾਰਾ। ਤੂੰ ਸਾਰਿਆਂ ਦਾ ਸਾਹਿਬ, ਸਰਵ ਵਿਆਪਕ ਹੈ ਨਿਰੰਕਾਰ ਸੱਚੇ ਪਾਤਸ਼ਾਹ ਜੀ। ਸਾਰੇ ਆਪ ਜੀ ਦੇ ਕੋਲੋਂ ਹੀ ਗਿਆਨ ਲੈ ਕੇ ਜੀਵਨ ਨੂੰ ਸਫਲ ਕਰ ਰਹੇ ਨੇ। ਨੌ ਨਿਧ ਤੇਰਾ ਅਖੁੱਟ ਭੰਡਾਰਾ। ਸਤਿਗੁਰ ਸੱਚੇ ਪਾਤਸ਼ਾਹ ਜੀ 9 ਨਿਧੀਆਂ 18 ਸਿੱਧੀਆਂ ਤੇ ਜਿਹੜੇ ਸਤਿਗੁਰ ਜੀ ਆਪ ਜੀ ਦੀ ਰਹਿਮਤ ਦੇ ਭੰਡਾਰੇ ਨੇ, ਬਖਸ਼ਿਸ਼ ਨੇ, ਉਹ ਸਦਾ ਹੀ ਭਰੇ ਹੋਏ ਨੇ। ਆਪ ਉਹਨਾਂ ਭੰਡਾਰਿਆਂ ਦੇ ਵਿੱਚੋਂ ਸਾਰਿਆਂ ਨੂੰ ਦਾਤਾਂ ਦੇ ਰਹੇ ਹੋ। ਜਿਸ ਤੂੰ ਦੇਹੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਜਿਹਦੇ ਉੱਤੇ ਆਪ ਜੀ ਦੀ ਕਿਰਪਾ ਹੁੰਦੀ, ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਖਜ਼ਾਨਿਆਂ ਦੇ ਵਿੱਚੋਂ ਦਾਤਾਂ ਦਿੰਦੇ ਹੋ, ਉਹ ਜੀਵ ਤ੍ਰਿਪਤ ਹੋ ਜਾਂਦਾ, ਉਹਦੀ ਆਸਾ ਤੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਉਹ ਪੂਰਾ ਰੱਜ ਜਾਂਦਾ ਹੈ। ਸਤਿਗੁਰ ਜੀ ਉਹੀ ਅਸਲ ਵਿੱਚ ਆਪ ਜੀ ਦਾ ਸੰਪੂਰਨ ਭਗਤ ਹੈ। ਸਭ ਕੋ ਆਸੇ ਤੇਰੀ ਬੈਠਾ, ਕਟ ਕਟ ਅੰਤਰ ਤੂੰ ਹੈ ਉਠਾ। ਵਾਹਿਗੁਰੂ ਜੀ ਸਾਰੀ ਦੁਨੀਆ ਜਿਹੜੀ ਹੈ ਉਹ ਆਪ ਜੀ ਦੇ ਉੱਤੇ ਆਸ ਲਾ ਕੇ ਬੈਠੀ ਹੈ, ਆਪ ਦੇ ਦਰਸ਼ਨਾਂ ਦੀ ਆਸ ਲਾ ਕੇ ਬੈਠੀ ਹੈ, ਆਪ ਜੀ ਦੇ ਕੋਲੋਂ ਦਾਤਾ ਲੈਣ ਦੀ ਆਸ ਲਾ ਕੇ ਬੈਠੀ ਹੈ। ਪਰ ਹੇ ਅਕਾਲ ਪੁਰਖ ਨਿਰੰਕਾਰ ਜੀ, ਘਟ ਘਟ ਅੰਤਰ ਤੂੰ ਹੈ ਬੈਠੋ, ਤੁਸੀਂ ਸਾਰਿਆਂ ਦੇ ਵਿੱਚ ਸਰਬ ਵਿਆਪਕ ਹੋ, ਸਾਰਿਆਂ ਦੇ ਵਿੱਚ ਆਪ ਵਸ ਰਹੇ ਹੋ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨ ਦਿਸੈ ਬਾਹਰਾ ਜੀਓ। ਇਹ ਵਾਹਿਗੁਰੂ ਜੀ ਜਿਹੜੀਆਂ ਆਪ ਜੀ ਦੀਆਂ ਦਾਤਾਂ ਨੇ, ਉਹ ਸਾਰਿਆਂ ਨੂੰ ਤੁਸੀਂ ਇੱਕ ਬਰੋਬਰ ਇੱਕ ਸਮ ਦੇ ਰਹੇ ਹੋ, ਕਿਉਂਕਿ ਸਾਰੇ ਆਪ ਜੀ ਨੂੰ ਸਾਂਝੀਵਾਲ, ਸਾਰੇ ਜਿਹੜੇ ਨੇ ਭਾਈਵਾਲ ਦਿਸਦੇ ਨੇ। ਆਪ ਨੂੰ ਕੋਈ ਵੀ ਮਾੜਾ ਚੰਗਾ ਨਹੀਂ ਦਿਸਦਾ। ਕੋਈ ਵੀ ਇੱਥੇ ਚਾਹੇ ਪ੍ਰਿਥੀ ਚੰਦ ਵੀ ਐਡਾ ਰਖਾਲੂ ਸੀ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨੇ ਉਹਨਾਂ ਦੀ ਈਰਖਾ ਨਹੀਂ ਦੇਖੀ। ਹਾਲਾਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਸੰਸਾਰ ਦੇ ਮਾਲਕ ਨੇ, 3 ਲੋਕਾਂ ਦੇ ਮਾਲਕ ਨੇ, ਕੀ ਪ੍ਰਿਥੀ ਚੰਦ ਨੂੰ ਠੀਕ ਨਹੀਂ ਸੀ ਕਰ ਸਕਦੇ? ਮਿੰਟਾਂ 'ਚ ਕਰ ਸਕਦੇ ਸੀ। ਪਰ ਸਤਿਗੁਰਾਂ ਨੇ ਇਹ ਸਾਡੇ ਵਾਸਤੇ ਇਹ ਗਿਆਨ ਦਾ ਇੱਕ ਚਿਰਾਗ ਜਗਾਉਣਾ ਸੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੁਹਾਨੂੰ ਸਾਰੇ ਹੀ ਇੱਕ ਬਰੋਬਰ ਦਿਸਦੇ ਨੇ। ਸੱਚੇ ਪਾਤਸ਼ਾਹ ਜੀ ਉਹ ਸਾਰੇ ਹੀ ਤੁਹਾਡੇ ਜਿਹੜੇ ਖਜ਼ਾਨੇ ਨੇ ਉਹਨਾਂ ਦੇ ਸਾਰੇ ਹੀ ਹਿੱਸੇਦਾਰ ਹਨ। ਕੋਈ ਨਾ ਦਿਸੇ ਵਾਹਰਾ ਜੀਓ। ਇਹ ਨਿਰੰਕਾਰ ਵਾਹਿਗੁਰੂ ਜੀਓ, ਆਪ ਦੀ ਕਿਰਪਾ ਤੋਂ ਵਾਹਰਾ, ਆਪ ਦੀ ਕਿਰਪਾ ਤੇ ਆਪ ਦੀ ਦਇਆ ਤੋਂ ਬਗੈਰ ਕੋਈ ਵੀ ਨਹੀਂ ਦਿਸ ਰਿਹਾ। ਤੂੰ ਆਪੇ ਗੁਰਮੁਖ ਮੁਕਤ ਕਰਾਹੇ, ਤੂੰ ਆਪੇ ਮਨਮੁਖ ਜਨਮ ਪਵਾਹੇ। ਵਾਹਿਗੁਰੂ ਜੀ ਆਪ ਗੁਰਮੁਖ ਸਾਜ ਕੇ, ਗੁਰਮੁਖ ਤਿਆਰ ਕਰਕੇ, ਜਿਨ੍ਹਾਂ ਨੂੰ ਗਿਆਨ ਦਿੰਦੇ ਹੋ, ਉਹਨਾਂ ਨੂੰ ਆਪ ਹੀ ਗਿਆਨ ਦੇ ਉੱਤੇ ਤੋਰਦੇ ਹੋ, ਤੇ ਸਤਿਗੁਰ ਜੀ ਉਹਨਾਂ ਨੂੰ ਤੁਸੀਂ ਇਸ ਸੰਸਾਰ ਤੋਂ ਮੁਕਤ ਕਰ ਦਿੰਦੇ ਹੋ, ਜਨਮ ਮਨ ਤੋਂ ਰਹਿਤ ਕਰ ਦਿੰਦੇ ਹੋ, ਤੇ ਆਪ ਹੀ ਹੋ ਜਿਹੜੇ ਮਨਮੁਖ ਨੇ
ਉਹਨਾਂ ਨੂੰ ਜਨਮਾਂ ਦੇ ਵਿੱਚ ਤੇ ਮਰਨਾਂ ਦੇ ਵਿੱਚ ਆਪ ਜੀ ਸੱਚੇ ਪਾਤਸ਼ਾਹ ਜੀ ਭੋਂਦੇ ਹੋ, ਉਹਨਾਂ ਨੂੰ 84 ਦੇ ਗੇਟ ਦੇ ਵਿੱਚ ਪਾ ਦਿੰਦੇ ਹੋ। ਨਾਨਕ ਦਾਸ ਤੇਰਾ ਬਲਿਹਾਰਾ, ਸਭ ਤੇਰਾ ਖੇਲ ਦਸਾਹਰਾ ਜੀਓ। ਹੁਣ ਇੱਥੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੀ ਮੋਹਰ ਦਿੱਤੀ ਲਾਈ, ਔਰ ਕਿੰਨੀ ਨਮਰਤਾ ਦਿਖਾਲੇ ਕਿ ਨਾਨਕ ਦਾਸ ਤੇਰੇ ਬਲਿਹਾਰੇ ਹੈ। ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ ਮੈਂ ਦਾਸ ਤੇਰੇ ਤੋਂ ਬਲਿਹਾਰੇ 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 ਜਾਂਦਾ ਹਾਂ, ਸਭ ਤੇਰਾ ਖੇਲ ਦਸਾਹਰਾ ਜੀਓ। ਇਹ ਸਾਰਾ ਕੁਝ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਦੇ ਅੰਤਰਜਾਮੀ ਹੋ, ਆਪ ਜੀ ਦੀ ਹੀ ਹੁਕਮ ਦੇ ਵਿੱਚ ਸਾਰਾ ਖੇਲ ਹੋ ਰਿਹਾ ਹੈ। ਮਾਝ ਮਹਿਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸਭ ਦੇ ਆਨੰਦ ਕਰੇ ਸਦਕੇਲਾ। ਸਤਿਗੁਰ ਜੀ ਅਨਹਦ ਵਾਜੇ ਸਹਿਜ ਸੁਹੇਲਾ, ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੇ ਸਿਮਰਨ ਬੰਦਗੀ ਭਜਨ ਦੇ ਨਾਲ ਸਤਿਗੁਰ ਜੀ ਅੰਦਰ ਮੇਰੇ ਇੱਕ ਰਸ ਅਨਹਦ, ਉਹ ਸ਼ਬਦ ਜਿਹਦੇ ਬਾਰੇ ਆਪਾਂ ਪਹਿਲਾਂ ਬਹੁਤ ਵਾਰ ਵਿਆਖਿਆ ਕਰ ਚੁੱਕੇ ਹੋ, ਇੱਕ ਰਸ ਸ਼ਬਦ ਸਤਿਗੁਰ ਜੀ ਵੱਜ ਰਿਹਾ ਹੈ। ਔਰ ਇੱਥੇ ਅਨਹਦ ਇੱਕ ਹੋਰ ਵੀ ਜਿਹੜੇ ਅਰਥ ਨਿਕਲਦੇ ਨੇ ਕਿ ਸਾਜ਼ਾਂ ਤੋਂ ਬਗੈਰ ਆਵਾਜ਼ ਅੰਦਰ ਇੱਕ ਆਉਣੀ, ਉਹ ਸ਼ਬਦ ਦੀ ਆਵਾਜ਼ ਜਿਹੜੀ ਸਿਰਫ ਜਿਹਦੇ ਅੰਦਰ ਪ੍ਰਗਟ ਹੁੰਦੀ ਆ, ਉਹੀ ਉਸ ਨੂੰ ਹੀ ਇਹਦਾ ਗਿਆਨ ਮਿਲਦਾ ਹੈ। ਕਹਿੰਦੇ ਸਤਿਗੁਰ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਉਹ ਅਨਹਦ ਸ਼ਬਦ ਜਿਹੜਾ ਹੈ ਹਰ ਵੇਲੇ ਹੀ ਵੱਜੀ ਜਾਂਦਾ, ਜਿਹਦੇ ਅਨਹਦ ਸ਼ਬਦ ਦਿਨ ਦੀ ਕਿਰਪਾ ਦੇ ਨਾਲ ਮੇਰਾ ਜੀਵਨ ਸੁਖੀ ਭਰਾ ਹੈ। ਸ਼ਬਦ ਆਨੰਦ ਕਰੇ ਸਦਕੇਲਾ, ਔਰ ਜਿਹੜਾ ਮੇਰਾ ਮਨ ਹੈ ਉਹ ਸਦਾ ਹੀ ਖੁਸ਼ੀਆਂ ਖੇੜਿਆਂ ਦੇ ਵਿੱਚ, ਤੇ ਉਹ ਬ੍ਰਹਮ ਜਿਸ ਦੀ ਕਿਰਪਾ ਦੇ ਨਾਲ ਇਹ ਨਾਮ ਪ੍ਰਾਪਤ ਹੋਇਆ, ਉਸ ਨੂੰ ਯਾਦ ਕਰ ਕਰਕੇ ਮੇਰਾ ਜੀਵਨ ਬਹੁਤ ਆਨੰਦਮਈ ਬਣਿਆ ਹੋਇਆ ਹੈ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਵਾਹਿਗੁਰੂ ਜੀ ਸਹਿਜ ਗੁਫਾ, ਸਹਿਜ ਜਿਹੜੀ ਹੈ ਇਹ ਆ ਸਰੀਰ ਨੂੰ ਵੀ ਇੱਥੇ ਗੁਫਾ ਦੇ ਰੂਪ ਦੇ ਵਿੱਚ ਦੱਸਿਆ। ਕਹਿੰਦੇ ਇਹਦੇ ਵਿੱਚ ਆਪ ਬੈਠੇ ਹੋ ਆਤਮਾ ਰੂਪੀ ਨਿਰੰਕਾਰ ਸੱਚੇ ਪਾਤਸ਼ਾਹ ਜੀ। ਤਾੜੀ ਲਾਈ, ਤਾੜੀ ਲਾਈ ਦਾ ਮਤਲਬ ਹੁੰਦਾ ਸਮਾਧੀ ਲਾਈ ਹੋਈ ਹੈ ਆਪ ਜੀ ਨੇ। ਮੇਰੇ ਅੰਦਰ ਹੀ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਰਗੁਣ ਸਰੂਪ ਹੋ, ਅੰਦਰ ਹੀ ਬੈਠੇ ਹੋ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜਾ ਆਪ ਜੀ ਦਾ ਆਸਣ ਹੈ ਨਾ, ਉਹ 10ਵੇਂ ਦੁਆਰ ਦੇ ਵਿੱਚ ਹੈ। ਹੁਣ 10ਵਾਂ ਦੁਆਰ ਜਿਹੜਾ ਹੈ ਉਹ ਕਿੱਥੇ, ਅੱਗੇ ਆਪਾਂ ਬੇਨਤੀ ਕਰ ਚੁੱਕੇ ਹਾਂ ਕਿ ਜੀਵ ਨੇ ਕਮਾਈ ਕਰ ਕਰਕੇ ਉਹ ਵਾਹਿਗੁਰੂ ਨਿਰੰਕਾਰ ਦੇ ਅੱਗੇ ਆਣ ਕੇ ਮੈਂ ਮੇਰੀ ਖਤਮ ਕਰਕੇ ਸਤਿਗੁਰ ਦਾ ਜਨ ਬਣ ਕੇ ਬੰਦਗੀ ਕਰਕੇ ਸੇਵਾ ਕਰਕੇ ਇਸ 10ਵੇਂ ਦੁਆਰ ਤੱਕ ਪਹੁੰਚਣਾ, ਜਿੱਥੇ ਪਰਮਾਤਮਾ ਦਾ ਨਾਮ ਨਾਲ ਉਹਦਾ ਮਿਲਾਪ ਹੋ ਜਾਂਦਾ, ਅਭੇਦ ਹੋ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰ ਕਹਿੰਦੇ ਨੇ ਕਿ ਤੁਸੀਂ ਹੀ ਅੰਦਰ ਬੈਠ ਕੇ ਨਿਰਗੁਣ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ ਆਸਣ ਲਾ ਕੇ ਬੈਠੇ ਹੋ, ਆਪ ਹੀ 10ਵੇਂ ਦੁਆਰ ਦੇ ਵਿੱਚ ਤੁਹਾਡਾ ਪ੍ਰਕਾਸ਼ ਹੈ। ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਨਾ, ਇਹ ਬੜਾ ਬਾਹਰ ਭਟਕਦਾ ਰਿਹਾ, ਬੜੀਆਂ ਜਗ੍ਹਾ ਦੇ ਉੱਤੇ ਇਹ ਤੁਰਿਆ ਫਿਰਦਾ ਰਿਹਾ, ਇਹਨੂੰ ਕਿਤੋਂ ਵੀ ਸ਼ਾਂਤੀ ਨਹੀਂ ਮਿਲੀ। ਅੰਤ ਦੇ ਉੱਤੇ ਫਿਰ ਇਹ ਆਪਣੇ ਸਹੀ ਘਰ ਦੇ ਵਿੱਚ ਆ ਗਿਆ। ਸਹੀ ਘਰ ਨਿਜ ਘਰ ਜਿਹੜਾ ਹੈ, ਜਿਸ ਵੇਲੇ ਉੱਥੇ ਆਣ ਕੇ ਮੁੜ ਕੇ ਟਿਕ ਗਿਆ, ਉੱਥੇ ਵੀ ਜੋ ਮਨ ਦੀਆਂ ਇੱਛਾ ਸਾਰੀਆਂ ਉਹ ਸਾਰੀਆਂ ਨਿਰੰਕਾਰ ਆਪ ਜੀ ਨੇ ਪੂਰੀਆਂ ਕੀਤੀਆਂ। ਤ੍ਰਿਪਤ ਅਘਾਏ ਰਿਹਾ ਹੈ ਸੰਤੋ, ਗੁਰ ਅਨਪਉ ਪੁਰਖ ਦਿਖਾਰਿਆ ਜੀਓ। ਤ੍ਰਿਪਤ ਅਘਾਏ, ਤ੍ਰਿਪਤੀ ਹੁੰਦੀ ਹੈ ਜਿਸ ਵੇਲੇ ਸਾਰੀਆਂ ਅਸੀਂ ਰੱਜ ਜਾਂਦੇ ਹਾਂ, ਤ੍ਰਿਪਤ ਹੋ ਜਾਂਦੇ ਹਾਂ, ਸਾਡੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ। ਕਹਿੰਦੇ ਅਘਾਏ ਰੱਜਿਆ ਹੋਇਆ ਜਿਹੜਾ ਹੈ ਸੰਤੋ, ਇਸ ਸੰਸਾਰ ਦੇ ਜਨੋਂ ਸੰਤ ਜਨੋਂ ਜਿਹੜਾ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ, ਜਿਹਦੇ ਉੱਤੇ ਉਹ ਜਿਹੜਾ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਉਹ ਸੰਸਾਰ ਦੇ ਉੱਤੇ ਸਾਰੀਆਂ ਭੁੱਖਾਂ ਉਹਦੀਆਂ ਖਤਮ ਹੋ ਜਾਂਦੀਆਂ ਨੇ ਤੇ ਉਹ ਰੱਜ ਜਾਂਦਾ ਹੈ। ਇੱਥੇ ਰੱਜਣ ਦੇ ਨਾਲ ਕੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰ ਅਨਪਉ ਪੁਰਖ ਦਿਖਾਰਿਆ ਜੀਓ। ਸਤਿਗੁਰ ਸੱਚੇ ਪਾਤਸ਼ਾਹ ਜੀ ਦੁਨੀਆ ਦੀਆਂ ਵਾਸ਼ਨਾਵਾਂ ਨੂੰ ਖਤਮ ਕਰਕੇ ਨਿਰੰਕਾਰ ਮੈਨੂੰ ਆਤਮਿਕ ਚਾਨਣ ਦੇ ਕੇ ਉਹ ਸਰਬ ਵਿਆਪਕ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ।
ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ। ਆਪ ਹੀ ਉਹ ਪਾਤਸ਼ਾਹ ਦਾ ਪਾਤਸ਼ਾਹ, ਰਾਜਨ ਦਾ ਰਾਜਾ ਹੈ। ਤੇ ਕਹਿੰਦੇ ਆਪੇ ਹੀ ਨਿਰਬਾਣੀ। ਨਿਰਬਾਣੀ ਕਹਿੰਦੇ ਨੇ ਮਹਾਤਮਾ ਰੂਪੀ, ਸਾਧੂ ਰੂਪੀ ਜਿਹੜੇ ਨੇ, ਉਹਨਾਂ ਦੇ ਵਿੱਚ ਵੀ ਆਪ ਹੀ ਬੈਠਾ ਹੋਇਆ ਹੈ ਤੇ ਆਪ ਹੀ ਸਾਰੇ ਪਦਾਰਥਾਂ ਨੂੰ ਭੋਗ ਰਹੇ ਹਨ। ਆਪੇ ਤਖਤ ਬਹਿ ਸਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਆਪ ਹੀ ਸਾਰਿਆਂ ਦੇ ਰਾਜੇ ਬਣ ਕੇ ਤਖਤ ਦੇ ਉੱਤੇ ਬੈਠੇ ਹੋਏ ਨੇ, ਸੱਚ ਦਾ ਨਿਆਂ ਕਰਦੇ ਨੇ। ਜਿਹੜੇ ਸੱਚ ਦਾ ਨਿਆਂ ਜਿੱਥੇ ਹੁੰਦਾ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੇਲੇ ਇਹ ਸਾਨੂੰ ਭਰੋਸਾ ਹੋ ਗਿਆ, ਫਿਰ ਸਾਡੀਆਂ ਹੋਰ ਜਿਹੜੀਆਂ ਕੂਕਾਂ ਨੇ, ਜਿਹੜਾ ਹੋਰ ਸਾਡੇ ਅੰਦਰ ਵਿਕਾਰ ਚੱਲ ਰਹੇ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਜੇ ਕਿਸੇ ਤਰ੍ਹਾਂ ਦਾ ਭਰਮੀ ਚਿੱਤ ਬਣਦਾ ਹੈ ਜਾਂ ਸਾਡੇ ਅੰਦਰ ਕਿਸੇ ਤਰ੍ਹਾਂ ਦਾ ਗਿਲਾ ਆ ਜਾਂਦਾ, ਇਹ ਸਾਰਾ ਖਤਮ ਹੋ ਜਾਂਦਾ ਹੈ ਨਿਰੰਕਾਰ ਆਪ ਜੀ ਦੀ ਕਿਰਪਾ ਦੇ ਨਾਲ। ਜਿਹਾ ਡਿਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਨੂੰ ਕਹਿੰਦੇ ਨੇ, ਮੈਂ ਉਸ ਤਰ੍ਹਾਂ ਹੀ ਬਿਆਨ ਕਰ ਰਿਹਾ ਹਾਂ ਅਕਾਲ ਪੁਰਖ ਬਾਰੇ ਜਿੱਦਾਂ ਮੈਂ ਦੇਖਿਆ ਉਸ ਨੂੰ। ਪਰ ਕਹਿੰਦੇ ਇਹ ਆਨੰਦ ਆਇਆ ਕਿਹਨੂੰ? ਸੰਸਾਰ ਤੇ ਵਿਰਲੇ ਨੇ ਜਿਨ੍ਹਾਂ ਨੇ ਉਸ ਦੇ ਭੇਦ ਨੂੰ ਪਹਿਚਾਣ ਲਿਆ, ਉਸ ਦੇ ਹੁਕਮ ਨੂੰ ਪਛਾਣ ਲਿਆ, ਉਸ ਦੇ ਗਿਆਨ ਨੂੰ ਪਹਿਚਾਣ ਕੇ ਗਿਆਨ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਉਹ ਬੇਅੰਤਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਜਿਸ ਨੂੰ ਇਹਦਾ ਭੇਦ ਪ੍ਰਾਪਤ ਹੋਇਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਏਡੀ ਸੰਸਾਰ ਦੇ ਉਹਨਾਂ ਜੀਵਾਂ ਦੇ ਉੱਤੇ ਕਿਰਪਾ ਕਰਦੇ ਨੇ, ਕਹਿੰਦੇ ਕਿ ਇੰਨੀ ਰਹਿਮਤ ਕਰਦੇ ਨੇ ਕਿ ਆਓ ਉਹਨਾਂ ਨੂੰ ਇਸ ਸੰਸਾਰ ਦੇ ਉੱਤੇ ਬਹੁਤ ਆਨੰਦਮਈ, ਬਹੁਤ ਸੁਖਾਂ ਭਰਾ ਜੀਵਨ ਉਹਨਾਂ ਨੂੰ ਬਤੀਤ ਦੇ ਦਿੰਦੇ, ਕਿਉਂਕਿ ਉਹ ਸਾਰੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ, ਰਜ਼ਾ ਦੇ ਵਿੱਚ ਨੇ। ਰਜ਼ਾ ਦੇ ਵਿੱਚ ਦੁੱਖ ਵੀ ਆਉਂਦਾ, ਉਹਨੂੰ ਵੀ ਕਹਿੰਦੇ ਨੇ ਵੀ ਤੇਰੀ ਕਿਰਪਾ ਦੇ ਨਾਲ ਸੁੱਖ ਪ੍ਰਾਪਤ ਹੋਇਆ, ਉਹ ਵੀ ਤੇਰੀ ਕਿਰਪਾ ਦੇ ਨਾਲ ਹੋਇਆ। ਅੰਤ ਦੇ ਸਮੇਂ ਦੇ ਵਿੱਚ ਸਤਿਗੁਰ ਕਹਿੰਦੇ ਨੇ ਪਰਲੋਕ ਦੇ ਵਿੱਚ ਵੀ ਸਤਿਗੁਰ ਆਪਣੀ ਜੋਤ ਦੇ ਵਿੱਚ ਉਸ ਗੁਰਮੁਖ ਪਿਆਰੇ ਦੀ ਜੋਤ ਨੂੰ ਰਲਾ ਕੇ ਇੱਕ ਦੂਜੇ ਤੋਂ ਅਭੇਦ ਹੋ ਜਾਂਦੇ ਨੇ, ਇੱਕ ਦੂਜੇ ਦਾ ਹੀ ਰੂਪ ਬਣ ਜਾਂਦੇ ਹਨ। ਮਾਜ ਮਹਿਲਾ ਪੰਜਵਾਂ, ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਇੱਥੇ ਹੁਣ ਆਤਮਾ ਨੂੰ ਔਰਤ ਰੂਪ ਦੇ ਵਿੱਚ ਨਿਰੰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਦਿੰਦੇ ਨੇ। ਕਹਿੰਦੇ ਨੇ ਜਿਸ ਆਤਮਾ ਨੇ ਇਹ ਸਰੀਰ ਦੇ ਵਿੱਚ ਉਸ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਜਿਹੜੇ ਗੁਣ ਨੇ, ਉਹਨਾਂ ਵੱਲੋਂ ਜਿਹੜੇ ਸਾਨੂੰ ਇਹਦਾ ਹੁਕਮ ਨੇ, ਉਹ ਹੁਕਮਾਂ ਦੇ ਵਿੱਚ ਚੱਲਦੀ ਚੱਲਦੀ ਉਹ ਜੀਵ ਇਸਤਰੀ ਇੱਥੇ ਪਤੀ ਪਰਮਾਤਮਾ ਨੂੰ ਪਛਾਣ ਲੈਂਦੀ ਹੈ। ਉਹ ਸਹੀ ਰੂਪ ਦੇ ਵਿੱਚ ਸੁਹਾਗਣ ਬਣ ਜਾਂਦੀ ਹੈ। ਜਿਸ ਨੇ ਸੁਹਾਗ ਦਾ ਆਨੰਦ ਮਾਣਿਆ ਉਹ ਉਹੀ ਹੈ ਜਿਸ ਨੇ ਸਤਿਗੁਰ ਦੇ ਹੁਕਮਾਂ ਨੂੰ ਪਹਿਚਾਣ ਲਿਆ। ਤਿਤ ਘਰ ਸਖੀਏ ਮੰਗਲ ਗਾਇਆ। ਫਿਰ ਕਹਿੰਦੇ ਨੇ ਉਹ ਜਿਹੜਾ ਘਟ ਹੈ, ਉਹ ਜਿਹੜਾ ਸਰੀਰ ਹੈ, ਉਸ ਦੇ ਵਿੱਚ ਜਿਹੜੀਆਂ ਬਾਕੀ ਇੰਦਰੀਆਂ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਪ੍ਰੀਤਮ ਦੀ ਵਡਿਆਈ ਸਿਫਤ ਸਲਾਹ ਕਰ ਕਰਕੇ ਸਤਿਗੁਰ ਦੇ ਅੰਮ੍ਰਿਤ ਨੂੰ ਚੱਖ ਰਹੀਆਂ ਹਨ। ਆਨੰਦ ਬਿਨੋਦ ਤਿਤੈ ਕਰ ਸੋ ਹੈ, ਜੋ ਤਨ ਕੰਤ ਸਿਗਾਰੀ ਜੀਓ। ਇਸ ਤਰ੍ਹਾਂ ਦੀ ਜਿਹੜੀ ਔਰਤ ਹੈ, ਆਤਮਾ ਹੈ, ਜਿਹੜੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਗਹਿਣੇ ਪਾ ਕੇ ਬੈਠੀ ਆ, ਉਹੀ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਸ਼ਿੰਗਾਰੀ ਗਈ, ਉਸ ਨੂੰ ਹੀ ਸੰਸਾਰ ਦੇ ਉੱਤੇ ਸੋਭਾ ਮਿਲਦੀ। ਉਹੀ ਧਨ ਹੈ ਆਤਮਾ ਜਿਹੜੀ ਨਿਰੰਕਾਰ ਦੇ ਹੁਕਮ ਦੇ ਨਾਲ ਰੰਗੀ ਗਈ। ਸਾ ਗੁਣਵੰਤੀ ਸਾ ਵੱਡ ਪਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਉਹੀ ਇਸਤਰੀ ਗੁਣਵੰਤੀ ਹੈ ਜਿਸ ਨੂੰ ਬਹੁਤ ਨਿਰੰਕਾਰ ਸੱਚੇ ਪਾਤਸ਼ਾਹ ਜੀ ਵੱਡੇ ਭਾਗਾਂ ਵਾਲੀ ਬਣਾ ਕੇ ਸ਼ੁਭ ਗੁਣਾ ਵਾਲੀ ਬਣਾ ਦਿੰਦੇ ਹਨ। ਤੇ ਉਹੀ ਸ਼੍ਰਿਸ਼ਟ ਪੁੱਤਰਾਂ ਵਾਲੀ। ਪੁੱਤਰ ਕੀ ਨੇ? ਪੁੱਤਰ ਨੇ ਸਤਿਗੁਰ ਦਾ ਗਿਆਨ, ਸਤਿਗੁਰ ਦੇ ਹੁਕਮ ਜਿਨ੍ਹਾਂ ਨੂੰ ਉਹ ਮੰਨ ਰਹੀ ਹੈ, ਉਹਨਾਂ ਦੇ ਰਾਹੀਂ ਉਹ ਸੀਲਵੰਤ, ਉਹ ਠੰਡੇ ਸੁਭਾਅ ਵਾਲੀ,
ਬਹੁਤ ਪ੍ਰੇਮ ਵਾਲੀ ਤੇ ਸੁਹਾਗਣ ਬਣਦੀ ਹੈ, ਉਹ ਸੁਹਾਗਵਤੀ ਬਣਦੀ ਹੈ। ਰੂਪਵੰਤ ਸਾਂ ਸੁਗੜ ਵਿਚਖਣ, ਜੋ ਤਨ ਕੰਤ ਪਿਆਰੀ ਜੀਓ। ਬੜੇ ਪਿਆਰੇ ਸੋਹਣੇ ਰੂਪ ਵਾਲੀ ਹੁੰਦੀ ਹੈ, ਬੜੀ ਉਹ ਸੁਗੜ ਹੁੰਦੀ ਹੈ, ਬੜੀ ਜਾਣ ਕੇ ਬਹੁਤ ਉਸ ਦੀ ਮੱਤ ਉੱਚੀ ਸੁੱਚੀ ਹੁੰਦੀ ਹੈ। ਵਿਚਖਣ ਕਹਿੰਦੇ ਨੇ ਕਿ ਚਤਰ ਨੂੰ ਵੀ ਕਹਿੰਦੇ ਨੇ ਕਿ ਉਹ ਹਰ ਵੇਲੇ ਸੁਚੇਤ ਰਹਿੰਦੀ ਹੈ, ਉਹ ਕਾਇਆ ਉਹ ਆਤਮਾ ਸੁਚੇਤ ਰਹਿੰਦੀ ਹੈ। ਸੋ ਧਨ ਕੰਤ ਪਿਆਰੀ ਜੀਓ, ਉਹ ਜਿਹੜੀ ਸੁਹਾਗਣ ਹੈ ਉਹ ਧਨ ਹੈ, ਉਹ ਵੀ ਜਿਹੜੇ ਆਪਣੇ ਪ੍ਰੀਤਮ ਨੂੰ ਉਹਦੇ ਪਤੀ ਨੂੰ ਉਹ ਪਿਆਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅਚਾਰਵੰਤ ਸਾਈ ਪਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ। ਬਸ ਅਚਾਰਵੰਤ ਜਿਹੜੇ ਹੁੰਦੇ ਨੇ ਕਹਿੰਦੇ ਨੇ ਕਿ ਆਚਰਣ ਉੱਚ, ਆਚਾਰਵੰਤ ਉੱਚਾ ਆਚਰਣ, ਉੱਚਾ ਜੀਵਨ, ਸੋਭਾ ਪਾਉਣ ਵਾਲਾ ਜੀਵਨ। ਕਹਿੰਦੇ ਵੀ ਉਹ ਉੱਚੇ ਆਚਰਣ ਦੇ ਕਾਰਨ ਕਰਕੇ ਜਿਹੜੀ ਆਤਮਾ ਹੈ ਉਹ ਪ੍ਰਧਾਨ ਬਣ ਜਾਂਦੀ ਹੈ, ਉਸ ਦੀ ਵਡਿਆਈ ਹੁੰਦੀ ਹੈ। ਇੱਥੇ ਸੰਸਾਰ ਤੇ ਮੁਖੀ, ਪ੍ਰਧਾਨ ਨੂੰ ਮੁਖੀ ਵੀ ਕਹਿੰਦੇ ਆਪਾਂ, ਬਣ ਜਾਂਦੀ ਹੈ। ਕੌਣ? ਸਭ ਸਿੰਗਾਰ ਬਣੇ ਤਿਸ ਗਿਆਨੇ, ਜਿਸ ਨੇ ਉਹ ਨਿਰੰਕਾਰ ਦੇ ਗਿਆਨ ਲੈ ਕੇ ਉਹ ਸ਼ਿੰਗਾਰ, ਉਹ ਗਹਿਣੇ, ਉਹ ਵਸਤਰ ਪਾਏ ਹੋਏ ਹਨ। ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ। ਉਹੀ ਸ਼੍ਰੇਸ਼ਟ ਕੁਲ ਵਾਲੀ ਆਤਮਾ ਹੁੰਦੀ ਹੈ, ਉਹੀ ਸ਼੍ਰੇਸ਼ਟ ਕੁਲ ਵਾਲੀ ਔਰਤ ਹੁੰਦੀ ਹੈ, ਦੋਨੀ ਪਾਸੇ ਦੇਖ ਲਓ। ਤੇ ਉਹੀ ਜਿਹੜੀ ਹੁੰਦੀ ਹੈ ਉਹ ਸ਼ੁਭ ਗੁਣਾ ਵਾਲੀ ਹੁੰਦੀ ਹੈ। ਕੌਣ? ਜੋ ਪਿਰ ਕੇ ਰੰਗ ਸਵਾਰੀ, ਜਿਹੜੀ ਆਤਮਾ ਨਿਰੰਕਾਰ ਦੇ ਨਾਮ ਦੇ ਵਿੱਚ ਰੰਗੀ ਹੋਈ ਤੇ ਸਵਾਰੀ ਹੋਈ ਹੁੰਦੀ ਹੈ। ਮਹਿਮਾ ਤਿਸ ਕੀ ਕਹਿਣ ਨ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਇਸ ਤਰ੍ਹਾਂ ਦੀ ਉਹ ਆਤਮਾ ਜਿਹਨੂੰ ਪਰਮਾਤਮਾ ਵੱਲੋਂ ਹੀ ਸਤਿਗੁਰਾਂ ਨੇ ਵਡਿਆਈਆਂ ਦੇ ਦਿੱਤੀਆਂ, ਉਹਦੀ ਮਹਿਮਾ ਨਹੀਂ ਕੀਤੀ ਜਾ ਸਕਦੀ। ਇਹ ਸਰੀਰ ਜਿਹੜਾ ਚਮਦਾ ਹੈ, ਇਹ ਰਸਨਾ ਜਿਹੜੀ ਚਮਦੀ, ਫਿਰ ਉਹ ਮਹਿਮਾ ਨਹੀਂ ਕਰ ਸਕਦੀ, ਵਡਿਆਈ ਨਹੀਂ ਕਰ ਸਕਦੀ। ਜੋ ਪਰਮੇਲ ਲਈ ਅੰਗ ਲਾਏ, ਜਿਸ ਆਤਮਾ ਨੂੰ ਪਰਮਾਤਮਾ ਨੇ ਆਪਣੇ ਵਿੱਚ ਹੀ ਮਿਲਾ ਲਿਆ, ਅਭੇਦ ਕਰ ਲਿਆ। ਫਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਓ। ਫਿਰ ਸੁਹਾਗ, ਸਤਿਗੁਰ ਕਿਰਪਾ ਕਰਦੇ ਨੇ ਕਿ ਥਿਰ ਕਹਿੰਦੇ ਨੇ ਸਦਾ ਕਾਇਮ ਰਹਿਣ ਵਾਲਾ ਸੁਹਾਗ। ਜਿਸ ਆਤਮਾ ਨੂੰ ਇਸ ਤਰ੍ਹਾਂ ਦਾ ਪਤੀ ਪਰਮਾਤਮਾ ਮਿਲ ਜਾਂਦਾ ਹੈ ਕਿ ਜਿਹੜਾ ਸਦਾ ਹੀ ਰਹਿਣ ਵਾਲਾ ਹੁੰਦਾ, ਥਿਰ ਸਦਾ ਹੀ ਕਾਇਮ ਰਹਿਣ ਵਾਲਾ। ਵਰ ਜਿਹੜਾ ਇਹ ਪੰਜਾਬੀ ਦਾ ਲਫ਼ਜ਼ ਹੈ, ਇਹਨੂੰ ਖਸਮ ਵੀ ਆਪਾਂ ਕਹਿੰਦੇ ਨੇ, ਪਤੀ ਵੀ ਆਖਦੇ ਨੇ। ਅਗੰਮ, ਜਿਹੜਾ ਕਿ ਸਾਡੀ ਸੋਚ ਤੋਂ ਬਹੁਤ ਉੱਚਾ ਸੁੱਚਾ ਹੈ, ਅਪਹੁੰਚ ਹੈ। ਅਗੋਚਰ, ਉੱਥੇ ਗਿਆਨ ਦੇ ਇੰਦਰੇ ਵੀ ਪਹੁੰਚ ਲੈ ਕੇ ਨਹੀਂ ਸਾਨੂੰ ਜਾ ਸਕਦੇ। ਜਿਹੜੇ ਗਿਆਨ ਦੇ ਇੰਦਰੇ ਨੇ ਉਹਨਾਂ ਦੇ ਰਾਹੀਂ ਜੇ ਅਸੀਂ ਕਹੀਏ ਵੀ ਬੰਦਗੀ ਨਹੀਂ ਕਰਨੀ, ਪਰ ਅਸੀਂ ਗਿਆਨ ਹੀ ਇਕੱਠਾ ਕਰਕੇ ਇਹ ਜਿਹੜੇ ਸਾਡੇ 5 ਗਿਆਨ ਦੇ ਇੰਦਰੇ ਨੇ, ਇਹਨਾਂ ਦੇ ਰਾਹੀਂ ਗਿਆਨ ਇਕੱਠਾ ਕਰਕੇ ਉੱਥੇ ਪਹੁੰਚ ਜਾਗੇ। ਕਹਿੰਦੇ ਨਹੀਂ, ਉਹਦੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਤੇ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਅਗੰਮ ਹੈ, ਅਗੋਚਰ ਹੈ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਉਹ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਜਿਹੜਾ ਅਗੰਮ ਗੋਚਰ ਸਤਿਗੁਰੂ ਹੈ, ਉਹ ਤਾਂ ਪ੍ਰੇਮ ਦਾ, ਜਿਹਦੇ ਨਾਲ ਅਟੁੱਟ ਪ੍ਰੇਮ ਚੱਲ ਪਿਆ, ਜਿਹਦੇ ਨਾਲ ਅਟੁੱਟ ਪ੍ਰੇਮ ਪੈ ਗਿਆ, ਉਹ ਸਿਰਫ ਪ੍ਰੇਮ ਦਾ ਹੀ ਭੁੱਖਾ ਹੈ। ਉਹਦੀ ਪ੍ਰੇਮ ਦੇ ਨਾਲ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਂਦਾ। ਫਿਰ ਸਾਨੂੰ ਇਸ ਤਰ੍ਹਾਂ ਦਾ ਸੁਹਾਗ ਪ੍ਰਾਪਤ ਹੋ ਜਾਂਦਾ ਜਿਹੜਾ ਅਗੰਮ ਅਗੋਚਰ ਹੈ। ਮਾਜ ਮਹਿਲਾ ਪੰਜਵਾਂ, ਖੋਜਤ ਦਰਸ਼ਨ ਚਾਹੇ, ਪਾਂਤ ਪਾਂਤ ਬਨ ਬਨ ਅਵਗਾਹੇ। ਸੰਸਾਰ ਦੇ ਜੀਵਾਂ ਨੇ ਅਰਦਾਸ ਬੇਨਤੀ ਕੀਤੀ ਸਤਿਗੁਰ ਦੇ ਚਰਨਾਂ ਦੇ ਵਿੱਚ, ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਬੜੇ ਤਰ੍ਹਾਂ ਦੇ ਲੋਕ ਇੱਥੇ ਭੇਖ ਬਣਾ ਕੇ ਤੁਰੇ ਫਿਰਦੇ ਨੇ, ਉਹਨਾਂ ਬਾਰੇ ਹੁਣ ਗਿਆਨ ਦੇਵੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਵੀ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਲੋਕ ਅਨੇਕਾਂ ਤਰ੍ਹਾਂ ਦੇ ਭੇਦ ਬਣਾ ਕੇ ਫਿਰਦੇ ਨੇ। ਕਈ ਜੰਗਲਾਂ ਦੇ ਵਿੱਚ ਖੋਜਤ ਦਰਸ਼ਨ ਚਾਹੇ, ਕਹਿੰਦੇ ਜੰਗਲਾਂ ਦੇ ਵਿੱਚ ਭਟਕਦੇ ਫਿਰਦੇ ਨੇ, ਪਰਬਤ ਦੀਆਂ ਚੋਟੀਆਂ ਦੇ ਉੱਤੇ ਚਲੇ ਜਾਂਦੇ ਨੇ, ਗੁਫਾਵਾਂ ਦੇ ਵਿੱਚ ਚਲੇ ਜਾਂਦੇ ਨੇ ਉਹਦੇ ਦਰਸ਼ਨ ਵਾਸਤੇ।
ਭਾਂਤ ਭਾਂਤ ਬਨ ਬਨ ਵਗਾਇਓ। ਅਨੇਕਾਂ ਤਰ੍ਹਾਂ ਦੇ ਵੱਖਰੇ ਵੱਖਰੇ ਜੰਗਲਾਂ ਦੇ ਵਿੱਚ ਵੀ ਉਹ ਉਹਨਾਂ ਨੇ ਘੁੰਮ ਕੇ ਦੇਖ ਲਿਆ, ਪਰ ਅਨੇਕਾਂ ਪੁਸਤਕਾਂ ਜਿਹੜੀਆਂ ਧਰਮ ਦੇ ਗ੍ਰੰਥ ਨੇ ਉਹਨਾਂ ਨੂੰ ਵੀ ਵਿਚਾਰਿਆ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਪਰ ਇਦੂ ਚੀਜ਼ ਤੋਂ ਇਹ ਭੇਦ ਨਹੀਂ ਹੋ ਪਾ ਸਕੇ ਕਿ ਨਿਰਗੁਣ ਜਿਹੜਾ ਮੇਰਾ ਪ੍ਰੀਤਮ ਹੈ, ਹਰੀ ਨਿਰੰਕਾਰ ਹੈ, ਉਹ ਨਿਰਗੁਣ ਸਰੂਪ ਵੀ ਆਪ ਹੀ ਹੈ, ਜਿਹੜਾ ਸਰੂਪ ਅਸੀਂ ਦੇਖ ਨਹੀਂ ਸਕਦੇ, ਤੇ ਸਰਗੁਣ ਸਰੂਪ ਆ ਜਿਹੜਾ ਸਾਡਾ ਸਰੀਰ ਹੈ ਉਹ ਪ੍ਰੀਤਮ ਵੀ ਆਪ ਹੀ ਹੈ। ਨਿਰਗੁਣ ਤੇ ਸਰਗੁਣ ਦੋਨੋਂ ਸਰੂਪ ਉਹ ਅਕਾਲ ਪੁਰਖ ਦੇ ਹੈ। ਕਹਿੰਦੇ ਕੋਈ ਹੈ ਜੀਓ ਆਣ ਮਿਲਾਵੇ ਜੀਓ, ਜਿਨ੍ਹਾਂ ਨੇ ਬਹੁਤ ਧਰਮ ਦੇ ਗਿਆਨ ਦੇ ਸ਼ਾਸਤਰ ਪੜ੍ਹੇ, ਬੜਾ ਗਿਆਨ ਇਕੱਠਾ ਕੀਤਾ, ਪਰ ਉਹਨਾਂ ਤੋਂ ਪੁੱਛ ਲਓ ਜਾ ਕੇ, ਜਿਨ੍ਹਾਂ ਨੇ ਜੋਗੀ ਬਣ ਬਣ ਕੇ ਬੜੇ ਸਾਧਨਾ ਕੀਤੀ, ਉਹਨਾਂ ਨੂੰ ਜਾ ਕੇ ਪੁੱਛ ਲਵੋ ਜਾ ਕੇ। ਇਹੀ ਸਭ ਤੋਂ ਉੱਤਮ ਗੱਲ ਹੈ, ਸਾਰੀ ਸਭ ਤੋਂ ਉੱਚੀ ਇਹੀ ਗੱਲ ਹੈ ਕਿ ਉਹ ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਤੁਸੀਂ ਜਾਓ ਟੋੜੋ ਉਸ ਨੂੰ, ਜੀਵ ਨੂੰ, ਜਿਹਦੇ ਉੱਤੇ ਸਤਿਗੁਰ ਨੇ ਕਿਰਪਾ ਕਰ ਦਿੱਤੀ ਹੈ, ਉਸ ਨੂੰ ਜਾ ਕੇ ਟੋੜ ਕੇ ਉਹਦੇ ਮੋਹਰੇ ਜਾ ਕੇ ਅਰਦਾਸ ਬੇਨਤੀ ਕਰੋ, ਉਹਦੀ ਤੁਸੀਂ ਜਾ ਕੇ ਸੇਵਾ ਟਹਿਲ ਪਾਣੀ ਕਰੋ ਕਿ ਉਹ ਤੁਹਾਨੂੰ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲਾ ਦੇਵੇ। ਖਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ। ਬੜੇ ਸੰਸਾਰ ਤੇ ਮਿਲ ਜਾਣਗੇ ਜਿਹੜੇ ਸ਼ਾਸਤਰਾਂ ਨੂੰ ਪੜ੍ਹ ਰਹੇ ਨੇ, ਬੜਾ ਲੋਕਾਂ ਨੂੰ ਉਹਦਾ ਗਿਆਨ ਦੇ ਰਹੇ ਨੇ, ਪੂਜਾ ਵੀ ਬੜੀ ਪੱਥਰਾਂ ਦੀ ਕਰਦੇ, ਮੂਰਤੀਆਂ ਬਣਾ ਬਣਾ ਕੇ ਉਹਨਾਂ ਦੀ ਪੂਜਾ ਵੀ ਬੜੀ ਕਰਦੇ ਨੇ, ਆਪਣੇ ਮੱਥੇ ਦੇ ਉੱਤੇ ਤਿਲਕ ਵੀ ਲਾਉਂਦੇ ਨੇ, ਜਾ ਜਾ ਕੇ ਤੀਰਥਾਂ ਦੇ ਇਸ਼ਨਾਨ ਵੀ ਬਹੁਤ ਕਰਦੇ ਨੇ। ਨਿਵਲੀ ਕਰਮ ਆਸਨ 84, ਇਨ ਮੈਂ ਸ਼ਾਂਤ ਨ ਆਵੇ ਜੀਓ। ਨਿਵਲੀ ਕਰਮ ਹੁੰਦਾ ਜਿਹੜੇ ਕਿ ਜੋਗੀਆਂ ਦੇ 84 ਆਸਨ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਮਹਿੰਗਾ, ਸਭ ਤੋਂ ਔਖਾ ਇਹ ਨਿਵਲੀ ਕਰਮ ਹੁੰਦਾ, ਆਸਣ ਹੁੰਦਾ ਹੈ। ਕਹਿੰਦੇ ਬੜੇ ਮਿਲ ਜਾਣਗੇ ਜਿਹੜੇ ਕਿ ਇਹ ਨਿਵਲੀ ਕਰਮ ਕਰਕੇ ਸਤਿਗੁਰ ਨੂੰ ਪਾਉਣਾ ਚਾਹੁੰਦੇ ਨੇ, ਬੜੇ ਉਹ ਇਸ ਤਰ੍ਹਾਂ ਦੇ ਆਸਣ ਲਾਉਂਦੇ ਨੇ, ਇਨ ਮੈਂ ਸ਼ਾਂਤ ਨਾ ਆਵੇ ਜੀ। ਪਰ ਭਾਵੇਂ ਉਹਨਾਂ ਨੇ ਬੜਾ ਗਿਆਨ ਇਕੱਠਾ ਕਰ ਲਿਆ, ਪੂਜਾ ਵੀ ਬੜੀ ਕੀਤੀ, ਪੱਥਰ ਦੀਆਂ ਮੂਰਤੀਆਂ ਬਣਾ ਬਣਾ ਕੇ ਇਸ਼ਨਾਨ ਵੀ ਕੀਤਾ, ਕਰਵਾਇਆ, ਅਨੇਕਾਂ ਤਰ੍ਹਾਂ ਦੇ ਭੋਗ ਵੀ ਉਹਨਾਂ ਨੂੰ ਲਾਏ, ਆਪ ਵੀ ਅਨੇਕਾਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕੀਤੇ, ਬੜੇ ਵੱਖਰੇ ਵੱਖਰੇ ਉਹਨਾਂ ਨੇ ਕਰਮ ਤੇ ਆਸਣ ਕੀਤੇ, ਚਾਹੇ ਉਹ ਸਿਰ ਭਾਰ ਨੇ, ਲੱਤਾਂ ਤਾਹਾਂ ਕਰਕੇ ਦਰਖਤ ਨਾਲ ਬੰਨ੍ਹ ਕੇ ਥੱਲੇ ਧੂਣੀਆਂ ਤਰਪਾ ਪਾ ਕੇ ਤਪ ਕਰਦੇ ਹਨ, ਪਰ ਉਹਨਾਂ ਨੂੰ ਸ਼ਾਂਤੀ ਨਹੀਂ ਆਈ। ਹੁਣ ਦੇਖਣਾ ਹੈ ਕਿ ਸ਼ਾਂਤੀ ਕਿਉਂ ਨਹੀਂ ਆਈ ਭਾਈ। ਸ਼ਾਂਤੀ ਇਸ ਕਰਕੇ ਨਹੀਂ ਆਈ, ਉਹਨਾਂ ਦੇ ਅੰਦਰ ਦੋ ਚੀਜ਼ਾਂ ਨੇ। ਇੱਕ ਤਾਂ ਉਹਨਾਂ ਨੂੰ ਹੰਕਾਰ ਤੇ ਹਉਮੈ ਹੁੰਦੀ ਆ ਕਿ ਵੀ ਸਾਡੇ ਵਰਗਾ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਹੈ, ਤੇ ਬਾਕੀ ਉਹਨਾਂ ਦੀ ਆਸਾ ਤੇ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਹੈ। ਇੱਥੇ ਸੰਸਾਰ ਤੇ ਵੀ ਤੁਸੀਂ ਬੜੇ ਦੇਖੋਗੇ ਜਿਹੜੇ ਇਸ ਤਰ੍ਹਾਂ ਦੇ ਹੋਣਗੇ, ਪਰ ਉਹਨਾਂ ਦੀ ਵੀ ਆਸਾ ਤੇ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਪਰ ਉਹ ਸ਼ਾਂਤੀ ਦੇ ਵਿੱਚ ਨਹੀਂ ਹੁੰਦੇ। ਉਹਨਾਂ ਨੂੰ ਹਰ ਵੇਲੇ ਫਿਕਰ ਪਿਆ ਹੁੰਦਾ ਵੀ ਜਿਹੜੀ ਮੇਰੀ ਸ਼ੋਭਾ ਹੋ ਰਹੀ, ਮੇਰੀ ਵਡਿਆਈ ਹੋ ਰਹੀ ਆ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਾ ਆ ਜਾਵੇ। ਸੋ ਸਤਿਗੁਰ ਨੇ ਉਹ ਜਿਹੜੇ ਜੀਵ ਨੇ ਉਹਨਾਂ ਦੀ ਗੱਲ ਕੀਤੀ ਆ, ਜਿਨ੍ਹਾਂ ਨੇ ਬੜਾ ਪੜ੍ਹਿਆ, ਬੜਾ ਸੁਣਿਆ, ਬੜੇ ਤੀਰਥਾਂ ਦੀ ਯਾਤਰਾ ਕੀਤੀ, ਨਿਵਲੀ ਕਰਮ ਕੀਤੇ, ਪਰ ਅੰਦਰ ਸ਼ਾਂਤੀ ਨਹੀਂ ਆਈ। ਅਨਿਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ। ਜਿਹੜੇ ਸਿੱਧ ਸਨ ਉਹ ਸਵਾਸ 10ਵੇਂ ਦੁਆਰ ਚੜ ਕੇ ਬੜੀ ਲੰਬੀਆਂ ਲੰਬੀਆਂ ਉਮਰਾਂ ਕਰ ਲੈਂਦੇ ਸਨ। ਮਹਾਰਾਜ ਇੱਥੇ ਕਹਿੰਦੇ ਨੇ ਅਨਕ ਬਰਖ, ਅਣਗਿਣਤ ਸਮੇਂ ਵਾਸਤੇ ਉਹਨਾਂ ਨੇ ਜਪ ਤਪ ਕੀਤਾ, ਤੇ ਬੜਾ ਧਰਤੀ ਦੇ ਉੱਤੇ ਬੜੇ ਉਹ ਘੁੰਮੇ। ਇੱਕ ਖਿਨ ਹਿਰਦੈ ਸ਼ਾਂਤ ਨ ਆਵੇ ਜੋਗੀ, ਬਹੁੜ ਬਹੁੜ ਉਠਤਾਵੇ ਜੀਓ। ਪਰ ਕਹਿੰਦੇ ਜਦੋਂ ਮੈਂ ਇਹਨਾਂ ਨੂੰ ਦੇਖ ਰਿਹਾ ਹਾਂ, ਸੰਸਾਰ ਨੂੰ ਗਿਆਨ ਦੇ ਰਹੇ ਨੇ, ਜਿਸ ਨੇ ਸਵਾਲ ਕੀਤਾ ਸੀ ਮਹਾਰਾਜ ਵੀ ਵੱਖਰੇ ਵੱਖਰੇ ਰੂਪਾਂ 'ਚ ਬੜੇ ਤੁਰੇ ਫਿਰਦੇ ਨੇ, ਕਹਿੰਦੇ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ, ਇੱਕ ਅੱਖ ਝਮਕਣ ਜਿੰਨਾ ਸਮਾਂ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਸ਼ਾਂਤੀ ਉਹਨਾਂ ਨੂੰ ਨਹੀਂ ਆਉਂਦੀ। ਉਹ ਅੱਜ ਇੱਥੇ ਬੈਠੇ ਨੇ, ਪਰ ਨੱਠ ਕੇ ਦੂਸਰੀ ਜਗ੍ਹਾ ਤੋਂ ਭੱਜ ਜਾਂਦੇ ਨੇ। ਕਹਿੰਦੇ ਉੱਠ ਉੱਠ ਕੇ ਦੌੜ ਦੌੜ ਕੇ ਇੱਕ ਤੋਂ ਦੂਸਰੀ ਜਗ੍ਹਾ ਦੇ ਉੱਤੇ ਭੱਜੇ ਫਿਰਦੇ ਨੇ ਵੀ ਸ਼ਾਇਦ ਇੱਥੇ ਸ਼ਾਂਤੀ ਨਹੀਂ ਮਿਲੀ, ਉੱਥੇ ਮਿਲ ਜਾਏਗੀ, ਪਰ ਨਹੀਂ ਮਿਲਦੀ।
ਕਰ ਕਿਰਪਾ ਮੁਹੇ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਨਿਰੰਕਾਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਉਸ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਪੂਰੇ ਸਾਧੂ, ਪੂਰੇ ਸੰਤ ਦੀ, ਪੂਰਾ ਸੰਤ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਮੈਂ ਉਹਨਾਂ ਦੀ ਸੇਵਾ ਦੇ ਵਿੱਚ ਆ ਗਿਆ ਤੇ ਮੇਰੇ ਮਨ ਨੇ ਤੇ ਮੇਰੇ ਤਨ ਨੇ ਉਸ ਸਤਿਗੁਰਾਂ ਕੋਲੋਂ ਉਪਦੇਸ਼ ਧਾਰਨ ਕਰਕੇ ਮੈਂ ਆਨੰਦ ਦੇ ਵਿੱਚ ਮੇਰਾ ਹੋ ਗਿਆ ਤਨ ਮਨ, ਤੇ ਮੈਂ ਬੜਾ ਧੀਰਜ, ਮੈਂ ਅਡੋਲ, ਔਰ ਮੇਰਾ ਮਨ ਸੀਤਲਤਾ ਦੇ ਵਿੱਚ ਸਦਾ ਰਹਿਣ ਲੱਗ ਪਿਆ। ਪ੍ਰਭ ਅਬਿਨਾਸੀ ਵਸਿਆ ਕਟ ਪੀਤਰ, ਹਰ ਮੰਗਲ ਨਾਨਕ ਗਾਵੇ ਜੀਓ। ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੈਨੂੰ ਪਤਾ ਲੱਗ ਗਿਆ ਵੀ ਉਹ ਅਬਿਨਾਸੀ, ਜਿਹੜਾ ਨਾਸ਼ ਨਹੀਂ ਹੋਣ ਵਾਲਾ, ਸਦਾ ਸਰਵ ਵਿਆਪਕ ਹੈ, ਮੇਰੇ ਅੰਦਰ ਹੀ ਵਸਿਆ ਹੋਇਆ ਹੈ। ਉਸ ਹਰੀ ਦੇ ਮੰਗਲਾਂ ਨੂੰ ਮੈਂ, ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ, ਦਿਨ ਰਾਤ ਗਾ ਰਿਹਾ ਹਾਂ, ਉਹਦੀ ਸਿਫਤ ਦੇ ਵਿੱਚ ਦਿਨ ਰਾਤ ਲੱਗਾ ਹੋਇਆ ਹਾਂ। ਮਾਜ ਮਹਿਲਾ ਪੰਜਵਾਂ, ਪਾਰ ਬ੍ਰਹਮ ਅੰਪਰੰਪਰ ਦੇਵਾ, ਅਗਮ ਗੋਚਰ ਅਲਖ ਅਪੇਵਾ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਪਾਰ ਬ੍ਰਹਮ ਨੇ, ਸੰਸਾਰ ਨੂੰ ਬਣਾਉਣ ਵਾਲੇ ਤੇ ਸੰਸਾਰ ਨੂੰ ਦੀ ਪ੍ਰਤਿਪਾਲਨਾ ਕਰਨ ਵਾਲੇ ਨੇ, ਹਰ ਵਸਤੂ ਦੇਣ ਵਾਲੇ ਨੇ। ਉਹ ਪਾਰ ਬ੍ਰਹਮ ਅਪਰੰਪਰ ਦੇਵਾ, ਉਹ ਜਿਹੜਾ ਅਪਰੰਪਰ ਹੁੰਦਾ ਹੈ, ਜਿਹੜਾ ਕਿ ਸਾਰੇ ਸੰਸਾਰ ਤੇ ਦਇਆ ਕਰਨ ਵਾਲਾ ਭਾਈ ਹੋਵੇ, ਜਿਹਦੇ ਤੋਂ ਉੱਪਰ ਕੋਈ ਹੋਰ ਹੋਵੇ ਹੀ ਨਾ, ਜਿਹਦੇ ਵਰਗਾ ਵੀ ਕੋਈ ਹੋਰ ਨਾ ਹੋਵੇ। ਉਹ ਜਿਹੜਾ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਹੈ, ਉਹ ਅਗੰਮ ਹੈ, ਇੰਦਰੀਆਂ ਤੋਂ ਰਹਿਤ ਹੈ, ਅਗੋਚਰ ਹੈ, ਉਹ ਲੇਖਣ ਕਿਸੇ ਵੀ ਚੀਜ਼ ਦੇ ਅਧੀਨ ਨਹੀਂ ਹੈ। ਸੋ ਇਸੇ ਕਰਕੇ ਉਹ ਅਲੱਖ ਹੈ, ਉਹ ਕਿਸੇ ਵੀ ਇੱਕ ਇੰਦਰੀ ਦੇ ਵਸ ਨਹੀਂ। ਉਹ ਅਲੱਖ ਤੋਂ ਮਤਲਬ ਇਹ ਹੋ ਗਿਆ ਕਿ ਉਹ ਸਾਰੇ ਭੇਦਾਂ ਤੋਂ ਰਹਿਤ ਹੈ, ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਉਹ ਤਾਂ ਬੇਪਰਵਾਹ ਹੈ। ਗੁਰੂ ਨਿਰੰਕਾਰ ਦੀਨ ਦਇਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜੀਓ। ਉਹ ਦੀਨਾਂ ਦੇ ਉੱਤੇ ਦਿਆਲੂ ਕਿਰਪਾਲੂ ਦਇਆ ਕਰਨ ਵਾਲੇ ਗੋਪਾਲ ਨੇ, ਇਸ ਸੰਸਾਰ ਨੂੰ ਬਣਾ ਕੇ ਇਹਦੀ ਪ੍ਰਤਿਪਾਲਨਾ ਕਰਨ ਵਾਲੇ ਨੇ। ਗੋਬਿੰਦਾ, ਇਹ ਗੋਬਿੰਦਾ ਵੀ ਅਕਾਲ ਪੁਰਖ ਦਾ ਇੱਕ ਹੋਰ ਨਾਮ ਹੈ। ਉਹ ਦਿਆਲੂ ਹੈ, ਕਿਰਪਾਲੂ ਹੈ। ਇਹ ਸੰਸਾਰ ਦੇ ਜੀਵੋ ਹਰ ਧਿਆਵੋ ਗੁਰਮੁਖ ਗਾਤੀ ਜੀਓ। ਇਸ ਸੰਸਾਰ ਦੇ ਲੋਕੋ, ਉਸ ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਕਰੋ, ਜਿਹਦੀ ਬੰਦਗੀ ਕਰਨ ਦੇ ਨਾਲ ਸਾਨੂੰ ਸੰਸਾਰ ਦੇ ਤੋਂ ਮੁਕਤੀ ਦੀ ਗਤੀ ਪ੍ਰਾਪਤ ਹੋ ਜਾਵੇਗੀ। ਗੁਰਮੁਖ ਮਦਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਮਦਸੂਦਨ ਫੇ ਪਰਮਾਤਮਾ ਦਾ ਇੱਕ ਵੱਖਰਾ ਨਾਮ ਹਮਾਰੇ ਸੱਚੇ ਪਾਤਸ਼ਾਹ ਨੇ ਉਚਾਰਨ ਕਰਦੇ, ਕਹਿੰਦੇ ਗੁਰਮੁਖ ਜਿਹੜੇ ਨੇ, ਜਿਹੜੇ ਗੁਰੂ ਦੇ ਗਿਆਨ ਦੇ ਵਿੱਚ ਭਿੱਜੇ ਹੋਏ ਨੇ, ਜਿਹੜੇ ਉਹਦੇ ਸਤਿਗੁਰ ਦੇ ਹੁਕਮ ਦੇ ਵਿੱਚ ਚੱਲ ਰਹੇ ਨੇ, ਉਹਦੀ ਰਜ਼ਾ ਦੇ ਉੱਤੋਂ ਦੀ ਕੁਰਬਾਨ ਹੁੰਦੇ ਨੇ, ਬਲਿਹਾਰੇ ਜਾਂਦੇ ਨੇ। ਪਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਇਸ ਸੰਸਾਰ ਦੇ ਉੱਤੇ, ਇਸ ਜਿਹੜਾ ਭਵ ਸਾਗਰ ਹੈ, ਇਹ ਤੋਂ ਤਾਰ ਲੈਂਦੇ ਨੇ। ਉਹਨਾਂ ਦੇ ਸਦਾ ਅੰਗ ਸੰਗ ਰਹਿੰਦੇ ਨੇ। ਕਿਸ ਤਰ੍ਹਾਂ? ਜਿੱਦਾਂ ਕਹਿੰਦੇ ਜਿਹੜੇ ਕ੍ਰਿਸ਼ਨ ਜੀ ਸਨ, ਕ੍ਰਿਸ਼ਨ ਭਗਵਾਨ ਜੀ ਆਪਣੇ ਜਿਹੜੇ ਉਹਨਾਂ ਦੇ ਉੱਥੇ ਸੇਵਾਦਾਰ ਸਨ, ਜਾਂ ਜਿਹੜੇ ਉਹਨਾਂ ਦੇ ਪ੍ਰੇਮੀ ਸਨ, ਉਹਨਾਂ ਦੇ ਅੰਗ ਸੰਗ ਹਰ ਵੇਲੇ ਉਹਨਾਂ ਦੇ ਨਾਲ ਹੀ ਰਿਹਾ ਕਰਦੇ ਸਨ। ਦਇਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੇ ਨ ਪਾਤੀ ਜੀਓ। ਇੱਥੇ ਦਮੋਦਰ ਫਿਰ ਅਕਾਲ ਪੁਰਖ ਨੂੰ ਵੱਖਰੇ ਨਾਮ ਦੇ ਨਾਲ ਯਾਦ ਕਰ ਲਿਆ। ਕਹਿੰਦੇ ਉਹ ਦਿਆਲ ਅਕਾਲ ਪੁਰਖ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਹੋਰ ਕਿਤੇ ਨਾ ਭਾਤੀ ਜੀਓ। ਉਸ ਪਰਮਾਤਮਾ ਨੂੰ ਹੋਰ ਕਿਸੇ ਜਗ੍ਹਾ ਤੋਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਿਰਫ ਉਸ ਦਾ ਮਿਲਾਪ ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ। ਉਹ ਤੋਂ ਬਗੈਰ ਉਹ ਇੱਕ
ਗੁਰ ਪ੍ਰਸਾਦ ਤੋਂ ਬਗੈਰ ਅਸੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ, ਅਸੀਂ ਉਹਦੇ ਨਾਲ ਨਹੀਂ ਮਿਲਾਪ ਕਰ ਸਕਦੇ। ਪਰ ਉਹ ਤਾਂ ਐਡਾ ਦਿਆਲੂ ਕਿਰਪਾਲੂ ਹੈ ਜਿਨ੍ਹਾਂ ਨੂੰ ਗੁਰਮੁਖ ਦੀ ਪਦਵੀ ਦੇ ਦਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਪਰ ਹੋਰ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਜਾ ਕੇ ਜਾਂ ਹੋਰ ਕੋਈ ਐਸਾ ਕੰਮ ਨਹੀਂ ਜਿਹਦੇ ਨਾਲ ਅਸੀਂ ਉਹ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਈਏ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੈ ਪੈਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿਰਹਾਰੀ, ਉਹ ਨਿਰਹਾਰੀ ਜਿਹੜਾ ਆਹਾਰ ਤੋਂ ਰਹਿਤ ਹੈ, ਕਹਿਣ ਦਾ ਮਤਲਬ ਜਿਹਨੂੰ ਕਿਸੇ ਦਾ ਆਸਰਾ ਨਹੀਂ ਚਾਹੀਦਾ, ਉਹ ਖੁਦ ਸਾਰਿਆਂ ਦਾ ਆਸਰਾ ਹੈ। ਕੇਸਵ, ਕੇਸਵ ਉਹ ਪਰਮਾਤਮਾ ਨੂੰ ਫਿਰ ਵੱਖਰੇ ਨਾਮ ਦੇ ਨਾਲ ਯਾਦ ਕਰ ਲਿਆ ਨਿਰੰਕਾਰ ਸੱਚੇ ਪਾਤਸ਼ਾਹ ਨੇ। ਨਿਰਵੈਰਾ, ਜਿਹਦਾ ਕਿਸੇ ਦੇ ਨਾਲ ਵੀ ਕੋਈ ਵੈਰ ਵੀ ਨਹੀਂ ਹੈ। ਕੋਟ ਜਨਾ ਕੇ ਪੂਜੇ ਪੈਰਾ, ਕਹਿੰਦੇ ਕਰੋੜਾਂ ਹੀ ਜੀਵ ਨੇ ਜਿਹੜੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਕਰੋੜਾਂ ਹੀ ਜੀਵ, ਕਰੋੜਾਂ ਜੀਵ। ਹੁਣ ਜਿਹੜੇ ਚਰਨ ਨੇ ਉਹ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ, ਹੁਣ ਵੀ ਬੇਨਤੀ ਕਰਨੇ, ਉਹ ਸਤਿਗੁਰ ਦਾ ਸ਼ਬਦ ਹੈ। ਜਿਹੜੇ ਸ਼ਬਦ ਨੇ ਪ੍ਰਗਟ ਹੋਣਾ, ਉਹ ਕਰੋੜਾਂ ਹੀ ਪੁਰਸ਼ ਉਸ ਸ਼ਬਦ ਦੇ ਨਾਲ ਨਿਰੰਕਾਰ ਦੀ ਕਿਰਪਾ ਦੇ ਨਾਲ ਜੁੜੇ ਰਹਿੰਦੇ ਨੇ ਤੇ ਪੂਜਦੇ ਹਨ। ਗੁਰਮੁਖ ਹਿਰਦੈ ਜਾਂ ਕੈ ਹਰ ਹਰ, ਸੋਈ ਭਗਤ ਇਕਾਤੀ ਜੀਓ। ਗੁਰਮੁਖ ਦੇ ਹਿਰਦੇ ਦੇ ਵਿੱਚ, ਗੁਰੂ ਵੱਲੋਂ ਬਖਸ਼ੇ ਹੋਏ ਜੀਵ ਦੇ ਹਿਰਦੇ ਵਿੱਚ ਹਰ ਵੇਲੇ ਪ੍ਰਮਾਤਮਾ ਦੀ ਵਡਿਆਈ ਵਸੀ ਰਹਿੰਦੀ, ਹਰ ਵੇਲੇ ਉਹ ਪ੍ਰਮਾਤਮਾ ਦੀ ਵਡਿਆਈ ਕਰੀ ਜਾ ਰਿਹਾ ਹੈ। ਔਰ ਸੋਈ ਭਗਤ ਇਕਾਤੀ ਜੀਓ, ਉਹੀ ਜੀਵ ਵਿਰਲਾ ਸੰਸਾਰ ਦੇ ਉੱਤੇ ਜਿਹੜਾ ਕਿ ਇੱਕ ਨਿਯਮ ਬਣਾ ਲੈਂਦਾ। ਨਿਯਮ ਕਹਿੰਦੇ ਨੇ ਕਿ ਜੋ ਸਤਿਗੁਰ ਵੱਲੋਂ ਹੁਕਮ ਲੱਗੇ ਨੇ ਉਹਨਾਂ ਦੇ ਉੱਤੇ ਆਪਣਾ ਜੀਵਨ ਬਤੀਤ ਕਰਨਾ। ਹੁਣ ਦੇਖੋ, ਜਿਨ੍ਹਾਂ ਤੇ ਨਿਰੰਕਾਰ ਕਿਰਪਾ ਕਰ ਦਿੰਦੇ ਨੇ, ਉਹ ਨਿਯਮ ਹੁੰਦਾ, ਉਹਨਾਂ ਨੇ ਅਸੂਲ ਬਣਾ ਲਿਆ, ਦਸਤੂਰ ਬਣਾ ਲਿਆ। ਉਹ ਕੰਮ ਨੂੰ ਜ਼ਰੂਰ ਕਰਨਾ, ਭਾਵੇਂ ਹੋਰ ਕੁਝ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਜਿਨ੍ਹਾਂ ਨੇ ਸਵਾ ਪੈਰ ਉੱਠਣਾ ਹੈ, ਨਿਰੰਕਾਰ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਨੇ, ਉਹ ਭਾਵੇਂ ਜਿਸ ਤਰ੍ਹਾਂ ਦਾ ਕੋਈ ਦੁੱਖ ਸੁੱਖ ਵੀ ਆਵੇ, ਨਿਰੰਕਾਰ ਆਪ ਕਿਰਪਾ ਕਰਕੇ ਉਹਨਾਂ ਨੂੰ ਉਠਾ ਲੈਂਦੇ ਨੇ। ਇਹ ਉਹਨਾਂ ਦਾ ਨਿਯਮ ਬਣ ਗਿਆ, ਉਹਨਾਂ ਦਾ ਇੱਕ ਤਰੀਕਾ ਬਣ ਗਿਆ ਇੱਕ। ਤੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਜਿਨ੍ਹਾਂ ਨੇ ਸੇਵਾ ਕਰਨੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਮਨ ਤਨ ਨੂੰ ਪਵਿੱਤਰ ਕਰਨ ਵਾਸਤੇ ਜਾਂ ਹੋਰ ਸਥਾਨਾਂ ਦੇ ਉੱਤੇ, ਅੱਜ ਦੇਖੋ ਕਿੰਨੀਆਂ ਸੇਵਾਵਾਂ ਚੱਲ ਰਹੀਆਂ ਨੇ ਇਹਨਾਂ ਗੁਰਮੁਖਾਂ ਦੀਆਂ। ਉਹ ਵੀ ਇੱਕ ਨਿਯਮ ਉਹਨਾਂ ਨੇ ਧਾਰਨ ਕਰ ਲਿਆ ਵੀ ਸਾਨੂੰ ਕੋਈ ਮਾੜਾ ਕਹੇ, ਸਾਨੂੰ ਕੋਈ ਚੰਗਾ ਕਹੇ, ਇਹ ਸਾਡੀ ਡਿਊਟੀ ਹੈ। ਅਸੀਂ ਤਾਂ ਇਹ ਅਕਾਲ ਪੁਰਖ ਨਿਰੰਕਾਰ ਦੀ ਜਿਹੜੀ ਹੈ ਸੇਵਾ ਕਰਨੀ। ਬੰਦਗੀ ਕਰਨ ਵਾਲੇ ਵੀ, ਸੇਵਾ ਕਰਨ ਵਾਲੇ ਵੀ ਜਿਹੜੇ ਫਿਰ ਅੰਦਰੋਂ ਆਪਣੇ ਆਪ ਨੂੰ ਜਿਹੜੇ ਖਤਮ ਕਰ ਦਿੰਦੇ ਨੇ, ਕਹਿੰਦੇ ਉਹੀ ਭਗਤ ਜਿਹੜਾ ਹੈ, ਉਹੀ ਸਹੀ ਭਗਤ ਹੈ ਜਿਹੜਾ ਕਿ ਨਿਰੰਕਾਰ ਦੇ ਨਿਯਮਾਂ ਦੀ ਭਗਤੀ ਕਰਦਾ ਹੈ। ਅਮੋਗ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾਤਾਰਾ। ਅਮੋਗ ਕਹਿੰਦੇ ਨੇ ਸਫਲ ਦਰਸ਼ਨ ਨੂੰ, ਪ੍ਰਤੱਖ ਦਰਸ਼ਨ ਨੂੰ। ਉਹ ਅਕਾਲ ਪੁਰਖ ਬੇਅੰਤ ਗੁਣਾ ਵਾਲਾ ਪ੍ਰੀਤਮ ਵਾਹਿਗੁਰੂ ਹੈ ਜਿਹੜਾ, ਉਸ ਦਾ ਫਿਰ ਸਾਨੂੰ ਦਰਸ਼ਨ ਹੋ ਜਾਂਦੇ ਨੇ, ਸਫਲ ਦਰਸ਼ਨ, ਜਿੱਦਾਂ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ। ਵੱਡ ਸਮਰੱਥ, ਵੱਡਾ ਦਾਤਾਰਾ, ਉਹ ਤਾਂ ਬਹੁਤ ਸਮਰੱਥ ਹੈ, ਸਭ ਤੋਂ ਉੱਚਾ ਹੈ, ਉਹਦੇ ਵਰਗਾ ਹੋਰ ਦੁਨੀਆ ਤੇ ਕੋਈ ਨਹੀਂ, ਤੇ ਸਾਰੀਆਂ ਦਾਤਾਂ ਦਾ ਮਾਲਕ ਵੀ ਹੈ। ਪਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਦਾਤਾਂ ਆਪਣੇ ਪਿਆਰਿਆਂ ਨੂੰ ਤੇ ਇਸ ਸੰਸਾਰ ਨੂੰ ਦਿੰਦੇ ਹਨ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਇਸ ਸੰਸਾਰ ਦੇ ਉੱਤੇ ਆਏ ਹੋਏ ਜੀਵੋ, ਕਿਰਪਾ ਕਰੇ ਨਿਰੰਕਾਰ ਤੁਹਾਡੇ ਉੱਤੇ ਤੇ ਕਿਰਪਾ ਉਹਦੀ ਨੂੰ ਸੰਭਾਲ ਲਓ। ਜੋ ਵੀ ਗਿਆਨ ਆਪ ਜੀ ਨੂੰ ਪ੍ਰਾਪਤ ਹੁੰਦਾ ਉਸ ਨੂੰ ਸੰਭਾਲ ਲਓ, ਹਿਰਦੇ ਦੇ ਵਿੱਚ ਟਿਕਾ ਲਓ ਕਿ ਉਸ ਦੇ ਨਾਲ ਤੁਹਾਡਾ ਜਿਹੜਾ ਜੀਵਨ ਹੈ ਬਹੁਤ ਉੱਚਾ ਤੇ ਸੁੱਚਾ ਨਿਰੰਕਾਰ ਜੀ ਬਣਾ ਦੇਣਗੇ। ਫਿਰ ਕਹਿੰਦੇ ਨੇ ਗੁਰੂ ਤੋਂ ਗਿਆਨ ਲੈ ਕੇ ਇਹ ਗੁਰਮੁਖ ਜੀਵੋ ਉਸ ਪ੍ਰੀਤਮ ਦਾ ਨਾਮ ਜਪੀਏ। ਨਾਮ ਜਪਣ ਨਾਲ ਕੀ ਹੋ ਗਿਆ? ਤਿਤ ਤਰੀਐ, ਕਹਿੰਦੇ ਇਸ ਸੰਸਾਰ ਦੇ ਉਤੋਂ ਆਪਾਂ ਤਰ ਜਾਵਾਂਗੇ, ਭਵ ਸਾਗਰ ਤੋਂ ਗੁਰੂ ਜੀ ਸਾਨੂੰ ਤਾਰ ਲੈਣਗੇ। ਗਤ ਨਾਨਕ ਵਿਰਲੀ ਜਾਤਾ ਜੀਓ, ਕਹਿੰਦੇ ਇਹ ਰੀਤੀ ਨੂੰ ਕੋਈ ਵਿਰਲਾ ਹੀ ਪਹਿਚਾਣਦਾ ਹੈ, ਕੋਈ ਵਿਰਲਾ ਹੀ ਸੰਸਾਰ ਦੇ ਉੱਤੇ ਹੈ ਜਿਹੜਾ ਕਿ ਇਸ ਰੀਤ ਨੂੰ ਪਹਿਚਾਣਦਾ ਤੇ ਇਹ ਰੀਤ ਦੇ ਉੱਤੇ ਚੱਲਦਾ। ਅੱਜ ਕਿਰਪਾ ਕਰਨੀ, ਇੰਨੀ ਹੀ ਸੇਵਾ ਪ੍ਰਵਾਨ ਕਰ ਲੈਣੀ।
ਜਿਸ ਤਰ੍ਹਾਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਜੀ ਦੀ ਸੇਵਾ ਦੇ ਵਿੱਚ ਭੰਗ ਨਾ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ। ਭਾਵੇਂ ਅਜੇ ਸਰੀਰ ਸੰਪੂਰਨ ਤੌਰ ਦੇ ਉੱਤੇ ਠੀਕ ਨਹੀਂ, ਪਰ ਤੁਸਾਂ ਨੇ ਜੋ ਅਰਦਾਸਾਂ ਕੀਤੀਆਂ, ਜੋ ਸੁਖਮਨੀ ਸਾਹਿਬ ਸਾਡੇ ਵਾਸਤੇ ਕੀਤੇ, ਨਿਰੰਕਾਰ ਦੇ ਚਰਨਾਂ ਦੇ ਵਿੱਚ ਜਾ ਕੇ ਇੱਥੇ ਤੱਕ ਸੰਗਤ ਅੰਮ੍ਰਿਤਸਰ ਸਿਫਤੀ ਦੇ ਘਰ ਦੇ ਵਿੱਚ ਜਾ ਕੇ ਵੀ ਸਾਡੀਆਂ ਅਰਦਾਸਾਂ ਕੀਤੀਆਂ, ਉਹਨਾਂ ਦਾ ਰੋਮ ਰੋਮ ਕਰਕੇ ਅਸੀਂ ਰੀਣੀ ਹਾਂ, ਧੰਨਵਾਦ ਕਰਦੇ ਹਾਂ। ਸੋ ਸਰੀਰ ਬਹੁਤ ਅੱਗੇ ਨਾਲੋਂ ਠੀਕ ਹੈ, ਪਰ ਵਿੱਚ ਮਾੜੀ ਮਾੜੀ ਖੰਘ ਅਜੇ ਆ ਜਾਂਦੀ ਹੈ, ਔਰ ਇਹ ਪਤਾ ਨਹੀਂ ਕਿੰਨਾ ਕੁ ਚਿਰ ਰਹਿਣੀ ਹੈ। ਇਹ ਵੀ ਉਹ ਅਕਾਲ ਪੁਰਖ ਨੂੰ, ਨਿਰੰਕਾਰ ਵਾਹਿਗੁਰੂ ਨੂੰ ਪਤਾ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀ ਸਾਡੇ ਕੋਲੋਂ ਗੁਸਤਾਖੀ ਹੋ ਜਾਂਦੀ, ਉਹਦੇ ਦੋਨੋਂ ਹੱਥ ਜੋੜ ਕੇ ਅਸੀਂ ਦੋਨੋਂ ਜਣੇ ਆਪ ਜੀ ਦੇ ਕੋਲੋਂ ਬੇਅੰਤ ਵਾਰ ਮਾਫੀ ਮੰਗਦੇ ਹਾਂ। ਇਹ ਵੀ ਸਾਡਾ ਅਧਿਆਇ ਆਪ ਜੀ ਨੇ ਪ੍ਰਵਾਨ ਕਰ ਲੈਣਾ। ਕੁਝ ਗਿਆਨ ਤੁਹਾਨੂੰ ਇਹਦੇ ਵਿੱਚ ਜੋ ਸਫਲ ਪ੍ਰਾਪਤ ਹੋ ਜਾਵੇ, ਉਸ ਗਿਆਨ ਨੂੰ ਗੁਰੂ ਨਿਰੰਕਾਰ ਦਾ ਗਿਆਨ ਜਾਣ ਕੇ ਹਿਰਦੇ ਦੇ ਵਿੱਚ ਟਿਕਾ ਲੈਣਾ। ਸਾਡੇ ਉੱਤੇ ਕਿਰਪਾ ਕਰਨੀ, ਸਾਡੀਆਂ ਭੁੱਲਾਂ ਨਹੀਂ ਚਿਤਾਰਨੀਆਂ, ਸਾਡੀ ਹਾਜ਼ਰੀ ਹੀ ਪ੍ਰਵਾਨ ਕਰਨੀ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।